Hello, dear aspirants. I welcome you all in this beautiful platform of Burma Academy. So, as you all know, अपने प्लेटफॉर्म ਦੇ ਉੱਤੇ ਕਾਫੀ ਲੰਬੇ ਸਮੇਂ ਤੋਂ ਤੁਹਾਡੇ ਲਈ ਜੋ ਮਟੀਰੀਅਲ ਹੈ ਲੈ ਕੇ ਆ ਰਹੇ ਹਾਂ ਸੋ ਦੈਟ ਤੁਸੀਂ ਜਿਸ ਵੀ ਐਗਜ਼ਾਮ ਦੀ ਪ੍ਰੈਪਰੇਸ਼ਨ ਕਰ ਰਹੇ ਹੋ ਫਿਰ ਚਾਹੇ ਉਹ ਸੈਂਟਰ ਲੈਵਲ ਦਾ ਕੋਈ ਐਗਜ਼ਾਮ ਹੈ ਜਾਂ ਸਟੇਟ ਲੈਵਲ ਦਾ ਤੁਸੀਂ ਇਹ ਜਿਹੜਾ ਉਹਦੇ ਵਿੱਚ ਇੰਗਲਿਸ਼ ਦਾ ਪੋਰਸ਼ਨ ਹੈ ਜਿਹੜਾ ਬੇਸਿਕਲੀ ਉਹ ਵਧੀਆ ਤਰੀਕੇ ਨਾਲ ਆਪਣਾ ਉਹ ਕਰ ਸਕੋ ਤੇ ਆਪਣੇ ਸਕੋਰ ਹੈ ਜਿਹੜੇ ਉਹ ਗੇਨ ਕਰ ਸਕੋ ਇੰਗਲਿਸ਼ ਤੋਂ ਇਲਾਵਾ ਤੁਹਾਡੀਆਂ ਜਿਹੜੀਆਂ ਬਾਕੀ ਸਬਜੈਕਟਸ ਦੀਆਂ ਕਲਾਸਿਸ ਵੀ ਰੈਗੂਲਰ ਤਰੀਕੇ ਨਾਲ ਚੱਲ ਰਹੀਆਂ ਨੇ ਆਈ ਹੋਪ ਤੁਸੀਂ ਇਹ ਜਿਹੜਾ ਅਟੈਂਡ ਕਰਦੇ ਹੋਵੋਗੇ ਬਾਕੀ ਫ੍ਰੀ ਆਫ ਕਾਸਟ ਤੁਹਾਨੂੰ ਮਟੀਰੀਅਲ ਕਰਵਾਇਆ ਜਾ ਰਿਹਾ ਹੈ ਮਟੀਰੀਅਲ ਫ੍ਰੀ ਹੈ ਬਟ ਤੁਹਾਡੇ ਲਈ ਜੋ ਕੰਟੈਂਟ ਅਸੀਂ ਪ੍ਰਿਪੇਅਰ ਕਰ ਰਹੇ ਹਾਂ ਤਾਂ ਉਹ ਪੇਡ ਕਲਾਸਿਸ ਦੇ ਤਰੀਕੇ ਨਾਲ ਹੀ ਹੈ ਜਿਹੜਾ ਤੁਹਾਨੂੰ ਕਰਵਾਇਆ ਜਾ ਰਿਹਾ ਹੈ ਬਾਕੀ ਤੁਸੀਂ ਕੰਪੈਰੀਜ਼ਨ ਹੈ ਜਿਹੜਾ ਕਿਸੇ ਪੇਡ ਕੋਰਸ ਦੇ ਨਾਲ ਵੀ ਕਰਕੇ ਦੇਖ ਸਕਦੇ ਹੋ ਜੋ ਵੀ ਤੁਹਾਨੂੰ ਕਰਵਾਇਆ ਜਾ ਰਿਹਾ ਹੈ A1 ਲੈਵਲ ਦਾ ਕੰਟੈਂਟ ਹੈ ਜਿਹੜਾ ਤੁਹਾਨੂੰ ਪ੍ਰੋਵਾਈਡ ਕਰਵਾਇਆ ਜਾ ਰਿਹਾ ਸੋ ਵੱਧ ਤੋਂ ਵੱਧ ਬੈਨੀਫਿਟ ਹੈ ਜਿਹੜਾ ਤੁਸੀਂ ਇਹਦਾ ਲੈਣਾ ਹੈ ਆਪਣੇ ਫਰੈਂਡਸ ਦੇ ਨਾਲ ਵੀ ਚੈਨਲ ਨੂੰ ਜਰੂਰ ਸ਼ੇਅਰ ਕਰਨਾ ਸੋ ਦੈਟ ਉਹ ਵੀ ਜਿਹੜਾ ਦਾ ਬੈਨੀਫਿਟ ਲੈ ਸਕਣ ਹਾਂਜੀ ਤਾਂ ਜਿਹੜਾ ਆਪਣਾ ਇੰਗਲਿਸ਼ ਦਾ ਪੋਰਸ਼ਨ ਹੈ ਜਿਹਦੇ ਵਿੱਚ ਆਪਾਂ ਬॉयਜ਼ ਦਾ ਟੌਪਿਕ ਸੀ ਜੋ ਪਹਿਲੇ ਸੀ ਪਿੱਛੇ ਤੁਹਾਡੀਆਂ 3 ਕਲਾਸਿਸ ਆਪਾਂ ਕਰ ਚੁੱਕੇ ਹਾਂ ਜਿੱਥੇ ਤੁਹਾਨੂੰ ਬॉयਜ਼ ਦੇ ਬੇਸਿਕ ਜਿਹੜੇ ਆਪਾਂ ਕਰਵਾਈ ਹੈ ਰੂਲਸ ਹੈ ਜਿਹੜੇ ਆਪਾਂ ਡਿਸਕਸ ਕੀਤੇ ਆ ਪਲੱਸ ਤੁਹਾਨੂੰ ਪ੍ਰੈਕਟਿਸ ਕੁਐਸਚਨਸ ਵੀ ਜਿਹੜੇ ਕਰਵਾਏ ਗਏ ਆ ਸੋ ਦੈਟ ਤੁਹਾਡੇ ਕਨਸੈਪਟ ਆ ਜਿਹੜੇ ਚੰਗੇ ਤਰੀਕੇ ਨਾਲ ਕਲੀਅਰ ਹੋ ਸਕਣ ਆਈ ਹੋਪ ਤੁਸੀਂ ਤਿੰਨੋਂ ਕਲਾਸਿਸ ਨੂੰ ਅਟੈਂਡ ਕੀਤਾ ਹੋਏਗਾ ਤੁਹਾਨੂੰ ਚੰਗੇ ਤਰੀਕੇ ਨਾਲ ਸਮਝ ਆ ਗਿਆ ਹੋਏਗਾ ਬਾਕੀ ਜੇ ਤੁਹਾਨੂੰ ਕਿਸੇ ਕਲਾਸ ਦੇ ਵਿੱਚ ਕੋਈ ਡਾਊਟ ਹੁੰਦਾ ਵੀ ਹੈ ਤਾਂ ਤੁਹਾਡੇ ਲਈ ਕਮੈਂਟ ਬਾਕਸ ਹੈ ਜਿਹੜਾ ਹਮੇਸ਼ਾ ਓਪਨ ਹੁੰਦਾ ਹੈ ਤੇ ਤੁਸੀਂ ਇਹ ਜਿਹੜਾ ਉੱਥੇ ਆਪਣਾ ਡਾਊਟ ਪੋਸਟ ਕਰ ਸਕਦੇ ਹੋ ਤੁਹਾਨੂੰ ਆਨਸਰ ਹੈ ਜਿਹੜਾ ਉਹਦਾ ਦੇ ਦਿੱਤਾ ਜਾਏਗਾ ਹਾਂਜੀ ਤਾਂ ਜਿਵੇਂ ਤੁਹਾਨੂੰ ਦੱਸਿਆ ਹੀ ਹੈ ਪਿਛਲੇ 3 ਕਲਾਸਿਸ ਹੋ ਚੁੱਕੀਆਂ ਅੱਜ ਤੁਹਾਡੀ ਬॉयਜ਼ ਦੀ 4th ਨੰਬਰ ਕਲਾਸ ਹੋਏਗੀ ਕਲਾਸ ਸਟਾਰਟ ਕਰਨ ਤੋਂ ਪਹਿਲਾਂ ਜੋ ਵੀ ਸਟੂਡੈਂਟ ਚੈਨਲ ਦੇ ਉੱਤੇ ਨਿਊ ਨੇ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਹੈ ਬੈਲ ਆਈਕਨ ਨੂੰ ਪ੍ਰੈਸ ਕਰਨਾ ਹੈ ਤਾਂ ਜੋ ਤੁਹਾਨੂੰ ਹਰ ਇੱਕ ਨਵੀਂ ਜੋ ਵੀਡੀਓ ਅਪਲੋਡ ਹੋਏਗੀ ਚੈਨਲ ਦੇ ਉੱਤੇ ਉਹਦਾ ਨੋਟੀਫਿਕੇਸ਼ਨ ਮਿਲ ਜੇ ਤੇ ਤੁਸੀਂ ਇਹ ਜਿਹੜਾ ਟਾਈਮ ਤੇ ਕਲਾਸਿਸ ਨੂੰ ਅਟੈਂਡ ਕਰ ਸਕੋ ਸੈਕਿੰਡ ਜੀ ਚੈਨਲ ਦਾ ਜਿਹੜਾ ਹੈਗਾ ਇੱਕ ਟੈਲੀਗ੍ਰਾਮ ਗਰੁੱਪ ਬਣਿਆ ਹੋਇਆ ਜਿਹਨੂੰ ਤੁਸੀਂ ਜੁਆਇਨ ਕਰ ਸਕਦੇ ਹੋ ਤੁਹਾਡੇ ਕੋਲੇ ਲਿੰਕ ਹੈ ਜਿਹੜਾ ਤੁਹਾਨੂੰ ਕਲਾਸ ਦੇ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਏਗਾ ਸੈਕਿੰਡ ਜੀ ਆਪਣੇ ਕੋਲੇ ਆ ਜਾਂਦਾ ਟੈਲੀਗ੍ਰਾਮ ਗਰੁੱਪ ਦੇ ਕੀ ਬੈਨੀਫਿਟ ਤੁਹਾਨੂੰ ਹੋਣਗੇ ਉਹ ਹੈ ਸਭ ਤੋਂ ਪਹਿਲਾਂ ਤੁਹਾਨੂੰ ਇੰਪੋਰਟੈਂਟ ਨੋਟੀਫਿਕੇਸ਼ਨ ਨੇ ਜਿਹੜੀਆਂ ਉਹ ਟੈਲੀਗ੍ਰਾਮ ਗਰੁੱਪ ਤੇ ਸ਼ੇਅਰ ਕੀਤੀਆਂ ਜਾਂਦੀਆਂ ਹੁਣ ਨੋਟੀਫਿਕੇਸ਼ਨ ਜ਼ਰੂਰੀ ਨਹੀਂ ਤੁਹਾਡਾ ਸਿਰਫ YouTube ਸੈਸ਼ਨਸ ਦੇ ਰਿਗਾਰਡਿੰਗ ਹੋਣ ਇਸ ਤੋਂ ਇਲਾਵਾ ਤੁਹਾਡੇ ਲਈ ਕੁਇਜ਼ ਵਗੈਰਾ ਹੁੰਦੇ ਆ ਜਾਂ ਤੁਹਾਡੇ ਜਿਹੜੇ ਵੀ ਕਹ ਲਓ ਕਿਸੇ ਨਾ ਕਿਸੇ ਪੋਸਟ ਨਾਲ ਰਿਲੇਟਡ ਕੋਈ ਨੋਟੀਫਿਕੇਸ਼ਨ ਆਉਂਦੀ ਹੈ ਕਿਸੇ ਪਰਟੀਕੁਲਰ ਕਹ ਲਓ ਕਿਸੇ ਜੌਬ ਨਾਲ ਰਿਲੇਟਡ ਕੋਈ ਆਫਰ ਆਪਣਾ ਪੋਸਟ ਵਗੈਰਾ ਆਉਂਦੀ ਹੈ ਨੋਟੀਫਿਕੇਸ਼ਨ ਆਉਂਦੀ ਹੈ ਤਾਂ ਉਹ ਚੀਜ਼ ਵੀ ਤੁਹਾਨੂੰ ਟੈਲੀਗ੍ਰਾਮ ਗਰੁੱਪ ਤੇ ਸ਼ੇਅਰ ਕੀਤੀ ਜਾਂਦੀ ਹੈ ਸੈਕਿੰਡ ਚੀਜ਼ ਆਪਣੀ ਆ ਜਾਂਦੀ ਹੈ ਜੀ YouTube ਤੇ ਹੋਣ ਵਾਲੇ ਹਰ ਇੱਕ ਸੈਸ਼ਨ ਦੇ ਕਲਾਸ ਨੋਟਸ ਜੋ ਤੁਹਾਨੂੰ ਮਿਲਦੇ ਆ ਪੀਪੀਟੀ ਫਾਰਮੈਟ ਦੇ ਵਿੱਚ ਟੈਲੀਗ੍ਰਾਮ ਗਰੁੱਪ ਦੇ ਉੱਤੇ ਤੇ ਟੈਲੀਗ੍ਰਾਮ ਗਰੁੱਪ ਨੂੰ ਜੁਆਇਨ ਤੁਸੀਂ ਕਰ ਸਕਦੇ ਹੋ ਉੱਥੋਂ ਜਿਹੜੇ ਨੋਟਸ ਨੇ ਤੁਸੀਂ ਇਹ ਜਿਹੜਾ ਗੇਨ ਕਰ ਸਕਦੇ ਹੋ ਤੇ ਆਪਣੀ ਜਿਹੜੀ ਰਿਵੀਜ਼ਨ ਹੈ ਉਹਨਾਂ ਤੋਂ ਲੈ ਸਕਦੇ ਹੋ ਸੈਕਿੰਡ ਤੁਸੀਂ ਇਹਨਾਂ ਦਾ ਪ੍ਰਿੰਟ ਆਊਟ ਜਿਹੜਾ ਉਹ ਕਢਵਾ ਸਕਦੇ ਹੋ ਤੇ ਆਪਣੀ ਪ੍ਰੈਪਰੇਸ਼ਨ ਹੈ ਜਿਹੜੀ ਚੰਗੇ ਤਰੀਕੇ ਨਾਲ ਕਰ ਸਕਦੇ ਹੋ ਥਰਡ ਮੋਸਟ ਇੰਪੋਰਟੈਂਟ ਥਿੰਗ ਹੈ ਜੀ ਤੁਸੀਂ ਪ੍ਰੈਕਟਿਸ ਕਿਵੇਂ ਕਰਨੀ ਹੈ ਤਾਂ ਪ੍ਰੈਕਟਿਸ ਦੇ ਲਈ ਤੁਹਾਡੇ ਲਈ ਪੋਸਟ ਤੇ ਕੁਇਜ਼ ਨੇ ਜਿਹੜੇ ਉਹ ਟੈਲੀਗ੍ਰਾਮ ਗਰੁੱਪ ਦੇ ਉੱਤੇ ਡੇਲੀ ਕੰਡਕਟ ਕਰਵਾਏ ਜਾਂਦੇ ਆ ਤੁਸੀਂ ਜਿਹੜਾ ਉਹਨਾਂ ਦੇ ਵਿੱਚ ਪਾਰਟਿਸਿਪੇਟ ਕਰ ਸਕਦੇ ਹੋ ਤੇ ਆਪਣਾ ਜਿਹੜਾ ਤਿਆਰੀ ਦਾ ਲੈਵਲ ਹੈ ਉਹ ਇੰਪਰੂਵ ਕਰ ਸਕਦੇ ਆਈ ਹੋਪ ਤੁਹਾਨੂੰ ਜਿਹੜਾ ਟੈਲੀਗ੍ਰਾਮ ਗਰੁੱਪ ਬਾਰੇ ਜਿਹੜੀ ਜਾਣਕਾਰੀ ਮਿਲ ਗਈ ਹੋਏਗੀ ਹੁਣ ਦੇਖਾਂਗੇ ਜੀ ਆਪਣੀ 4 ਨੰਬਰ ਕਲਾਸ ਜਿਵੇਂ ਆਪਾਂ ਤੁਹਾਨੂੰ ਦੱਸਿਆ ਹੀ ਹੈ ਬॉयਜ਼ ਦੀ 4th ਕਲਾਸ ਹੈ ਜੀ ਆਪਣੀ ਡਿਸਕਸ ਕਰਾਂਗੇ ਇੰਪੋਰਟੈਂਟ ਟੌਪਿਕਸ ਜੋ ਕਿ ਬॉयਜ਼ ਦੇ ਆਪਣੇ ਰਹਿ ਗਏ ਆ ਤਾਂ ਹੁਣ ਅੱਜ ਦੀ ਕਲਾਸ ਦੇ ਵਿੱਚ ਹੀ ਆਪਾਂ ਬॉयਜ਼ ਦਾ ਜਿਹੜਾ ਸਾਰੇ ਟੌਪਿਕ ਹੈ ਜਿਹੜੇ ਉਹ ਕਵਰ ਕਰ ਲਾਂਗੇ ਜਿਵੇਂ ਤੁਹਾਨੂੰ ਦੱਸਿਆ ਹੀ ਹੈ ਬॉयਜ਼ ਦੇ ਵਿੱਚ 8 ਸੈਂਟੈਂਸ ਆਪਣੇ ਕੋਲੇ 8 ਟੈਂਸ ਹੁੰਦੇ ਆ ਜਿਨ੍ਹਾਂ ਦੀ ਵੌਇਸ ਚੇਂਜ ਹੁੰਦੀ ਹੈ ਐਕਟਿਵ ਟੂ ਪੈਸਿਵ ਵੌਇਸ ਜਿਹੜੀ ਤੁਸੀਂ ਬਣਾ ਸਕਦੇ ਹੋ ਕਿੰਨਾ 4 ਸੈਂਟੈਂਸਸ ਦੀ ਕਿੰਨਾ 4 ਟੈਂਸਸ ਦੀ ਵੌਇਸ ਚੇਂਜ ਨਹੀਂ ਹੁੰਦੀ ਉਹ ਤੁਹਾਨੂੰ ਪਹਿਲਾਂ ਹੀ ਦੱਸਿਆ ਜਾ ਚੁੱਕਿਆ 3 ਕਲਾਸਿਸ ਦੇ ਵਿੱਚ ਆਪਾਂ ਡਿਸਕਸ ਕੀਤਾ ਹੈ ਹਾਂਜੀ ਤਾਂ ਇਹ ਹੁਣ ਤੁਹਾਡਾ ਹੋਮਵਰਕ ਕੁਐਸਚਨ ਹੈ ਤੁਸੀਂ ਦੱਸੋਗੇ ਪੋਸਟ ਕਰੋਗੇ ਕਿ ਕਿਹੜੇ ਵਾਲੇ ਜਿਹੜੇ ਤੁਹਾਡੇ ਕੋਲੇ ਟੈਂਸ ਨੇ ਜਿਨ੍ਹਾਂ ਦੀ ਵੌਇਸ ਚੇਂਜ ਹੁੰਦੀ ਹੈ ਤੇ ਜਿਨ੍ਹਾਂ ਦੀ ਨਹੀਂ ਹੁੰਦੀ ਇਹ ਜਿਹੜਾ ਕੁਐਸਚਨ ਤੁਹਾਡਾ ਹੋਮਵਰਕ ਕੁਐਸਚਨ ਹੈ ਜੋ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਨਸਰ ਕਰਨਾ ਹੈ ਹਾਂਜੀ ਤਾਂ ਅੱਜ ਦੀ ਜਿਹੜੀ ਕਲਾਸ ਦੇ ਵਿੱਚ ਆਪਾਂ ਟੌਪਿਕ ਕਰਾਂਗੇ ਜਿਵੇਂ ਤੁਹਾਨੂੰ ਦੱਸ ਦਿੱਤਾ 8 ਟੈਂਸ ਦੀ ਵੌਇਸ ਚੇਂਜ ਹੁੰਦੀ ਹੈ ਉਹ ਆਪਾਂ ਪਿੱਛੇ ਕਰ ਚੁੱਕੇ ਹਾਂ ਇਸ ਤੋਂ ਇਲਾਵਾ ਤੁਹਾਨੂੰ ਜਿਹੜਾ ਇੰਪੈਰੇਟਿਵ ਤੇ ਇੰਟਰੋਗੇਟਿਵ ਸੈਂਟੈਂਸਸ ਨੂੰ ਤੁਸੀਂ ਕਿਸ ਤਰੀਕੇ ਨਾਲ ਵੌਇਸ ਫਾਰਮ ਹੈ ਜਿਹੜੀ ਉਹਨਾਂ ਦੀ ਚੇਂਜ ਕਰਨੀ ਹੈ ਐਕਟਿਵ ਟੂ ਪੈਸਿਵ ਜਾਂ ਪੈਸਿਵ ਟੂ ਐਕਟਿਵ ਬਣਾਉਣਾ ਇਹ ਵੀ ਤੁਹਾਨੂੰ ਕਰਵਾ ਦਿੱਤਾ ਗਿਆ ਅੱਜ ਦੀ ਕਲਾਸ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਸਭ ਤੋਂ ਪਹਿਲਾ ਟੌਪਿਕ that is certain verbs take fixed preposition in passive form and the fixed preposition replaces by ਤਾਂ ਹੁਣ ਤੁਹਾਨੂੰ ਇਹ ਜਿਹੜਾ ਕੁਝ ਕੁ word ਦੇਖਣ ਨੂੰ ਮਿਲਦੇ ਆ phrases ਜਿਹੜੀਆਂ verbs ਨੇ ਜਿਹੜੀਆਂ ਉਹ ਦੇਖਣ ਨੂੰ ਮਿਲਦੀਆਂ ਜਿਨ੍ਹਾਂ ਦੇ ਨਾਲ ਤੁਹਾਡੇ ਕੋਲੇ by ਦਾ ਯੂਜ਼ ਨਹੀਂ ਕੀਤਾ ਜਾਂਦਾ ਜਿਵੇਂ ਮੈਂ ਤੁਹਾਨੂੰ ਪਹਿਲੀ ਕਲਾਸ ਵਿੱਚ ਹੀ boys ਦੇ ਵਿੱਚ ਜਿਹੜਾ ਕਲੀਅਰ ਕੀਤਾ ਸੀ ਕਿ ਜ਼ਿਆਦਾਤਰ ਕੇਸਾਂ ਦੇ ਵਿੱਚ ਤੁਸੀਂ ਇਹ ਜਿਹੜਾ by ਨੂੰ ਹੀ ਯੂਜ਼ ਕਰਦੇ ਹੋ ਪੈਸਿਵ ਫਾਰਮ ਬਣਾਉਣੇ ਹੋ by ਤੁਹਾਡੇ ਕੋਲੇ ਯੂਜ਼ ਕੀਤਾ ਜਾਂਦਾ ਥਰਡ verb ਦੀ ਥਰਡ ਫਾਰਮ by then object ਹੈ ਜਿਹੜਾ ਆਪਾਂ ਯੂਜ਼ ਕਰਦੇ ਆ ਬਟ ਕਈ ਵਾਰ ਕੀ ਹੁੰਦਾ ਤੁਹਾਡੇ ਕੋਲੇ ਕੁਝ ਕੁ ਵਰਬਸ ਜਿਹੜੀਆਂ ਤੁਹਾਡੇ ਕੋਲੇ ਇਹੋ ਜਿਹੀਆਂ ਹੁੰਦੀਆਂ ਜਿਨ੍ਹਾਂ ਦੇ ਨਾਲ ਬਾਈ ਦਾ ਯੂਜ਼ ਨਹੀਂ ਹੁੰਦਾ ਚੌਥੇ ਬਾਏ ਦੇ ਨਾਲ ਹੈ ਜਿਹੜੇ ਤੁਹਾਡੇ ਕੋਲੇ ਬਾਏ ਦੀ ਥਾਂ ਦੇ ਤੇ ਹੋਰ ਅਲੱਗ ਤੋਂ ਪ੍ਰੈਪੋਜੀਸ਼ਨ ਯੂਜ਼ ਕੀਤੀ ਜਾਂਦੀ ਜਿਹਨੂੰ ਆਪਾਂ ਫਿਕਸ ਪ੍ਰੈਪੋਜੀਸ਼ਨ ਕਹਿ ਦਿੰਦੇ ਹਾਂ ਹੁਣ ਉਹ ਫਿਕਸ ਪ੍ਰੈਪੋਜੀਸ਼ਨ ਕਿਹੜੀਆਂ ਨੇ ਉਹਨਾਂ ਨੂੰ ਤੁਸੀਂ ਕਰੋਗੇ ਜੀ ਲਰਨ ਇਹ ਕਰਨੀਆਂ ਪੈਣਗੀਆਂ ਲਰਨ ਬਿਕਾਜ਼ ਇਹ ਲਰਨ ਹੀ ਕਰਨੀਆਂ ਪੈਣਗੀਆਂ ਅਦਰ ਆਪਣੇ ਕੋਲੇ ਕੋਈ ਸ਼ਾਰਟ ਮੈਥਡ ਨਹੀਂ ਹੈ ਜਿਹਦੇ ਨਾਲ ਤੁਹਾਨੂੰ ਇਹਨਾਂ ਨੂੰ ਯਾਦ ਕਰਵਾਇਆ ਜਾ ਸਕੇ ਦੇਖੋ ਜੀ ਇਹਨਾਂ ਵਿੱਚੋਂ ਜ਼ਿਆਦਾਤਰ ਤਾਂ ਤੁਸੀਂ ਸਾਰੇ ਜਾਣਦੇ ਹੀ ਹੋਵੋਗੇ ਫਰਸਟ ਆਪਣੇ ਕੋਲੇ ਜਿਵੇਂ ਦੇਖੋ ਵਰਬ ਦਿੱਤੀ ਹੋਈ ਹੈ ਨੋਨ ਨੋਨ ਦੇ ਨਾਲ ਜਿਹੜੀ ਪ੍ਰੈਪੋਜੀਸ਼ਨ ਯੂਜ਼ ਕੀਤੀ ਜਾਏਗੀ ਹੁਣ ਇਹ ਚੀਜ਼ ਧਿਆਨ ਚ ਰੱਖੋ ਕਿ ਜਿੰਨੀਆਂ ਵੀ ਵਰਬਸ ਤੁਹਾਨੂੰ ਇੱਥੇ ਲਿਖੀਆਂ ਹੋਈਆਂ ਉਹਨਾਂ ਥਰਡ ਫਾਰਮ ਹੀ ਹੈ ਬਿਕਾਜ਼ ਆਪਾਂ ਪੈਸਿਵ ਫਾਰਮ ਬਣਾ ਰਹੇ ਹਾਂ ਪੈਸਿਵ ਫਾਰਮ ਦੇ ਵਿੱਚ ਤੁਹਾਡੇ ਕੋਲੇ ਵਰਬ ਦੀ ਥਰਡ ਫਾਰਮ ਜਿਵੇਂ ਨੋ ਯੂ ਨੋਨ ਹੁੰਦੀ ਹੈ ਨੋਨ ਵਰਬ ਦੀ ਥਰਡ ਫਾਰਮ ਹੈ ਨੋਨ ਦੇ ਨਾਲ ਤੁਹਾਡੇ ਕੋਲੇ ਪ੍ਰੈਪੋਜੀਸ਼ਨ ਕੀ ਆਏਗੀ ਵਾਈ ਯੂਜ਼ ਨੋਨ ਵਾਈ ਨਹੀਂ ਆਏਗਾ ਨੋਨ ਵਾਈ ਆਈ ਵਾਸ ਨੋਨ ਟੂ ਹਿਮ ਜਿਵੇਂ ਤੁਸੀਂ ਇਸ ਤਰੀਕੇ ਨਾਲ ਸੈਂਟੈਂਸ ਬਣਾ ਸਕਦੇ
ਕਿ ਨੋਨ ਹੈ ਜਿਹੜਾ ਤੁਹਾਡੇ ਕੋਲੇ ਇਹਦੇ ਨਾਲ ਫਿਕਸ ਪ੍ਰੈਪੋਜੀਸ਼ਨ ਟੂ ਆਉਂਦੀ ਹੈ। ਸੈਕਿੰਡ ਆਪਣੇ ਕੋਲੇ ਜਿਵੇਂ ਨੋਨ ਦਾ ਮਤਲਬ ਤਾਂ ਤੁਸੀਂ ਜਾਣਦੇ ਹੋ, ਮਤਲਬ ਹੁੰਦਾ ਕਿਸੇ ਨੂੰ ਜਾਣਨਾ ਹਨਾ। ਅਗਲਾ ਆਪਣੇ ਕੋਲੇ ਵਰਡ ਆ ਜਾਂਦਾ ਕੰਟੇਂਟ। ਕੰਟੇਂਟ ਦਾ ਮਤਲਬ ਹੁੰਦਾ ਕਿਸੇ ਚੀਜ਼ ਵਿੱਚ ਸ਼ਾਮਲ ਹੋਣਾ। ਤਾਂ ਕੰਟੇਂਟ ਦੇ ਵਿੱਚ ਆ ਜਾਂਦੀ ਹੈ ਜੇ ਹੁਣ ਵਿੱਚ ਸ਼ਾਮਲ ਹੋਇਆ ਜਾਂਦਾ, ਸੋ ਇਹਨੂੰ ਤੁਸੀਂ ਐਵੇਂ ਬਣਾ ਸਕਦੇ ਹੋ ਇੰਬੈਡਡ। ਇੰਬੈਡ ਦਾ ਮਤਲਬ ਹੁੰਦਾ ਉਹ ਸੇਮ ਚੀਜ਼ ਕਿਸੇ ਚੀਜ਼ ਵਿੱਚ ਧਸਿਆ ਹੋਣਾ। ਹੁਣ ਧਸਣਾ ਵੀ ਕਿਸੇ ਵਿੱਚ ਹੁੰਦਾ, ਸੋ ਇਨ ਆ ਜਾਂਦਾ। ਹਿਡਨ ਲੁਕਣਾ, ਲੁਕਣਾ ਵੀ ਇਨ ਹੁੰਦਾ। ਅੱਗੇ ਤੁਹਾਡੇ ਕੋਲੇ ਇਨਗਲਫਡ। ਇਨਗਲਫ ਦਾ ਮਤਲਬ ਕਿਸੇ ਚੀਜ਼ ਦਾ ਕਵਰ ਹੋਣਾ, ਆਪਣਾ ਹੀ ਕਹਿ ਸਕਦੇ ਹੋ ਤੁਸੀਂ। ਅਗੇਨ ਇਹਦੇ ਨਾਲ ਵੀ ਪ੍ਰੈਪੋਜੀਸ਼ਨ ਕੀ ਆਏਗੀ, ਇਨ ਯੂਜ਼ ਕੀਤੀ ਜਾਏਗੀ। known to, contained in, embedded in, hidden in, engulfed in। ਇਹ ਹੈ ਜਿਹੜੇ ਤੁਸੀਂ ਧਿਆਨ ਚ ਰੱਖੋਗੇ ਪ੍ਰੈਪੋਜੀਸ਼ਨਸ ਹੈ ਜਿਹੜੀਆਂ ਤੁਸੀਂ ਲਰਨ ਕਰੋਗੇ। ਹਾਂਜੀ, ਅੱਗੇ ਜਿਹੜਾ ਆਪਣੇ ਕੋਲੇ ਆ ਜਾਂਦਾ ਹੈ ਅਗੇਨ ਕੁਝ ਕੁ ਜਿਹੜੀਆਂ ਵਰਬਸ ਨੇ ਪਲੱਸ ਉਹਨਾਂ ਦੇ ਨਾਲ ਯੂਜ਼ ਹੋਣ ਵਾਲੀ ਫਿਕਸਡ ਪ੍ਰੈਪੋਜੀਸ਼ਨ। ਫਰਸਟ ਵਰਡ ਹੈ ਜੀ ਆਪਣੇ ਕੋਲੇ ਅਸਟੋਨਿਸ਼ਡ। ਅਸਟੋਨਿਸ਼ ਦਾ ਮਤਲਬ ਹੁੰਦਾ ਤੁਹਾਡੇ ਕੋਲੇ ਹੈਰਾਨ ਹੋਣਾ। ਹੁਣ ਜਿੰਨੇ ਵੀ ਵਰਡ ਅਸਟੋਨਿਸ਼, ਸਟਾਰਟਲ, ਅਮੇਜ਼ਡ, ਅਨੋਇਡ, ਸਰਪ੍ਰਾਈਜ਼ ਐਂਡ ਪਲੀਜ਼ਡ, ਬੇਸਿਕਲੀ ਇਹਨਾਂ ਸਾਰਿਆਂ ਦੇ ਮੀਨਿੰਗ ਤੁਹਾਡੇ ਕੋਲੇ ਲਗਭਗ ਸੇਮ ਜਿਹੀ ਹੈ। ਅਸਟੋਨਿਸ਼ ਦਾ ਮਤਲਬ ਹੈਰਾਨ ਹੋਣਾ ਹੁੰਦਾ ਹੈ। ਸਟਾਰਟਲਡ ਦਾ ਮਤਲਬ ਵੀ ਤੁਹਾਡੇ ਕੋਲੇ ਹੈਰਾਨ ਹੋਣਾ ਹੁੰਦਾ ਹੈ। ਅਮੇਜ਼ਡ ਕਿਸੇ ਚੀਜ਼ ਨੂੰ ਦੇਖ ਕੇ ਚਕਿਤ ਰਹਿ ਜਾਣਾ, ਹੈਰਾਨ ਹੋ ਜਾਣਾ। ਅਨੋਇਡ ਦਾ ਮਤਲਬ ਪਰੇਸ਼ਾਨ ਹੋਣਾ। ਸਰਪ੍ਰਾਈਜ਼ ਦਾ ਮਤਲਬ ਵੀ ਅਗੇਨ ਹੈਰਾਨੀ ਵਾਲੀ ਚੀਜ਼ ਤੁਸੀਂ ਕਹਿ ਸਕਦੇ ਹੋ। ਪਲੀਜ਼ ਦਾ ਮਤਲਬ ਹੁੰਦਾ ਖੁਸ਼ ਹੋਣਾ। ਹੁਣ ਇਹਦੇ ਨਾਲ ਤੁਹਾਡੇ ਕੋਲ ਪ੍ਰੈਪੋਜੀਸ਼ਨਸ ਜਿਹੜੀਆਂ ਯੂਜ਼ ਕੀਤੀਆਂ ਜਾਂਦੀਆਂ, ਸਾਰੇ ਦੇ ਸਾਰੇ ਵਰਡਸ ਦੇ ਨਾਲ ਤੁਹਾਡੇ ਕੋਲ ਪ੍ਰੈਪੋਜੀਸ਼ਨ ਐਟ ਯੂਜ਼ ਕੀਤੀ ਜਾਂਦੀ ਹੈ। ਅਸਟੋਨਿਸ਼ਡ, ਐਟ। ਹੁਣ ਅਗੇਨ ਵਰਬ ਦੀਆਂ ਥਰਡ ਫਾਰਮਸ ਹੈ ਇਹ ਸਾਰੀਆਂ ਵਰਬ ਦੀ ਥਰਡ ਫਾਰਮਸ ਨੇਗੀਆਂ ਜਿਹੜੀਆਂ ਕਿ ਤੁਹਾਨੂੰ ਲਿਖੀਆਂ ਹੋਈਆਂ ਨੇ। astonished at, startled at, amazed at, annoyed at, surprised at, pleased at। ਹੁਣ ਇਹਨਾਂ ਨੂੰ ਤੁਸੀਂ ਧਿਆਨ ਚ ਰੱਖੋਗੇ ਸਾਰਿਆਂ ਦੇ ਨਾਲ ਕੀ ਯੂਜ਼ ਕੀਤਾ ਜਾ ਰਿਹਾ ਜੀ, ਆਪਣਾ at ਹੈ ਜਿਹੜਾ ਯੂਜ਼ ਕੀਤਾ ਜਾ ਰਿਹਾ, ਫਿਕਸ ਪ੍ਰੈਪੋਜੀਸ਼ਨ at। ਅਗਲਾ ਜਿਹੜਾ ਆਪਣੇ ਕੋਲੇ ਆ ਜਾਂਦਾ ਹੈ ਅਗੇਨ ਕੁਝ ਵਰਬਸ ਜਿਨ੍ਹਾਂ ਦੇ ਨਾਲ ਫਿਕਸਡ ਪ੍ਰੈਪੋਜੀਸ਼ਨ ਵਿਦ ਯੂਜ਼ ਕੀਤੀ ਜਾਂਦੀ ਹੈ। ਦੇਖੋ ਜੀ ਫਰਸਟ ਵਰਬ ਆਪਣੇ ਕੋਲੇ ਆ ਜਾਂਦੀ ਹੈ ਸੈਟੀਸਫਾਈਡ। ਸੈਟੀਸਫਾਈਡ ਦਾ ਮਤਲਬ ਹੁੰਦਾ ਕਿਸੇ ਚੀਜ਼ ਨਾਲ ਸੰਤੁਸ਼ਟ ਹੋਣਾ। ਵਰਬ ਦੀ ਥਰਡ ਫਾਰਮ ਹੀ ਹੋਏਗੀ ਜੋ ਵੀ ਇੱਥੇ ਲਿਖੀ ਹੋਈ ਹੈ, ਫਿਲਡ ਭਰਿਆ ਹੋਣਾ। ਅਗੇਨ ਤੁਹਾਡੇ ਕੋਲੇ ਕਵਰਡ। ਕਵਰਡ ਦਾ ਮਤਲਬ ਕਿਸੇ ਚੀਜ਼ ਦਾ ਕਵਰ ਹੋਇਆ ਹੋਣਾ, ਕਿਸੇ ਚੀਜ਼ ਦੇ ਉੱਪਰ ਕੁਛ ਨਾ ਕੁਛ ਦਿੱਤਾ ਹੋਇਆ ਹੋਣਾ। ਅੱਗੇ ਦੇਖੋ ਜੀ ਆਪਣੇ ਕੋਲੇ ਹੁਣ ਇਹਨਾਂ ਦੇ ਨਾਲ ਜਿਹੜੀ ਫਿਕਸਡ ਪ੍ਰੈਪੋਜੀਸ਼ਨ ਆਉਂਦੀ ਹੈ ਉਹ ਹੁੰਦੀ ਹੈ ਵਿਦ। ਸੈਟੀਸਫਾਈਡ ਵਿਦ, filled with, and the last is covered with। ਇਹਨਾਂ ਦੇ ਨਾਲ ਆਪਣੇ ਕੋਲੇ ਜਿਹੜੀ ਪ੍ਰੈਪੋਜੀਸ਼ਨ ਆਏਗੀ with ਦਾ ਯੂਜ਼ ਕੀਤਾ ਜਾਏਗਾ। ਆਈ ਹੋਪ ਤੁਹਾਨੂੰ ਜਿਹੜਾ ਵਰਬਸ ਪਲੱਸ ਉਹਨਾਂ ਦੇ ਨਾਲ ਯੂਜ਼ ਹੋਣ ਵਾਲੀ ਫਿਕਸਡ ਪ੍ਰੈਪੋਜੀਸ਼ਨ ਕਲੀਅਰ ਹੋ ਗਈ ਹੋਏਗੀ। ਇੱਕ ਵਾਰ ਇਹਨਾਂ ਨੂੰ ਦੇਖ ਲਓ ਦੁਬਾਰਾ, ਇਸ ਤੋਂ ਬਾਅਦ ਜਿਹੜਾ ਆਪਾਂ ਇਹਨਾਂ ਦੀ ਐਗਜ਼ਾਮਪਲਸ ਪਲੱਸ ਜਿਹੜੇ ਪ੍ਰੈਕਟਿਸ ਕੁਐਸਚਨ ਨੇ ਉਹ ਡਿਸਕਸ ਕਰਾਂਗੇ। ਹਾਂਜੀ, ਤਾਂ ਬॉयਜ਼ ਦੇ ਵਿੱਚ ਸਭ ਤੋਂ ਪਹਿਲਾ ਟੌਪਿਕ ਜੋ ਆਪਾਂ ਸਟਾਰਟ ਕੀਤਾ ਦੈਟ ਇਜ਼ ਸਰਟੇਨ ਵਰਬਸ ਟੇਕ ਫਿਕਸਡ ਪ੍ਰੈਪੋਜੀਸ਼ਨ ਇਨ ਪੈਸਿਵ ਫਾਰਮ ਐਂਡ ਦਾ ਫਿਕਸਡ ਪ੍ਰੈਪੋਜੀਸ਼ਨ ਰਿਪਲੇਸ ਬਾਈ। ਹੁਣ ਕੁਝ ਕੁ ਵਰਬਸ ਨੇ ਜਿਹੜੀਆਂ ਕਿ ਤੁਹਾਡੇ ਕੋਲ ਫਿਕਸਡ ਪ੍ਰੈਪੋਜੀਸ਼ਨ ਲੈ ਕੇ ਚੱਲਦੀਆਂ ਨੇ ਪੈਸਿਵ ਫਾਰਮ ਦੇ ਵਿੱਚ, ਤੇ ਉਹਨਾਂ ਜਿਹੜੀਆਂ ਫਿਕਸਡ ਪ੍ਰੈਪੋਜੀਸ਼ਨਸ ਜਿਹੜੀਆਂ ਉਹਨਾਂ ਨਾਲ ਯੂਜ਼ ਕੀਤੀਆਂ ਜਾਂਦੀਆਂ ਉਹਨਾਂ ਦੀ ਥਾਂ ਉਹ ਜਿਹੜੀ ਕਿਹਦੀ ਥਾਂ ਤੇ ਯੂਜ਼ ਕੀਤੀਆਂ ਜਾਂਦੀਆਂ, ਬਾਈ ਦੀ ਥਾਂ ਤੇ ਬਾਈ ਨੂੰ ਉਹ ਰਿਪਲੇਸ ਕਰ ਦਿੰਦੀਆਂ। ਤਾਂ ਆਪਣੇ ਕੋਲੇ known to, contained in, embedded in, hidden in, engulfed in। next is astonished at, startled at, amazed at, annoyed at, surprised at, pleased at। and the next phrase ਆਪਣੇ ਕੋਲੇ verbs ਜਿਹੜੀਆਂ ਆ ਜਾਂਦੀਆਂ that is satisfied with, filled with and covered with। ਤਾਂ ਇਹਨਾਂ ਨੂੰ ਤੁਸੀਂ ਧਿਆਨ ਚ ਰੱਖੋਗੇ ਤੇ ਇਹਨਾਂ ਦੇ ਨਾਲ ਜਿਹੜੀਆਂ ਫਿਕਸਡ ਪ੍ਰੈਪੋਜੀਸ਼ਨ ਨੇ ਬੇਸਿਕਲੀ ਉਹਨਾਂ ਨੂੰ ਧਿਆਨ ਚ ਰੱਖੋਗੇ। ਹਾਂਜੀ, ਤਾਂ ਅੱਗੇ ਜਿਹੜੇ ਆਪਣੇ ਕੋਲ ਇਹਨਾਂ ਨੂੰ ਦੇਖੋ ਕਿਵੇਂ ਇਹਨਾਂ ਦੇ ਸੈਂਟੈਂਸ ਹੋਣਗੇ, ਐਕਟਿਵ ਫਾਰਮ ਆਊਗੀ ਜਾਂ ਤੁਸੀਂ ਉਹਨੂੰ ਪੈਸਿਵ ਫਾਰਮ ਵਿੱਚ ਕਿਵੇਂ ਟ੍ਰਾਂਸਲੇਟ ਕਰੋਗੇ, ਇਹ ਵਾਲੀ ਚੀਜ਼ ਜਿਹੜੀ ਆਪਾਂ ਦੇਖਦੇ ਹਾਂ। ਐਗਜ਼ਾਮਪਲਸ ਨੇ ਤੁਹਾਡੇ ਕੋਲੇ ਤੁਹਾਨੂੰ ਸਕਰੀਨ ਦੇ ਉੱਤੇ ਦੋ ਐਗਜ਼ਾਮਪਲਸ ਸ਼ੋ ਹੋ ਰਹੀਆਂ। ਫਰਸਟ ਐਗਜ਼ਾਮਪਲ ਇਜ਼ ਹੀ ਨੋਜ਼ ਮੀ, ਸੈਕੰਡ ਐਗਜ਼ਾਮਪਲ ਇਜ਼ ਹਿਸ ਵਰਕ ਸੈਟੀਸਫਾਈਡ ਮੀ। ਤਾਂ ਹੁਣ ਚੈੱਕ ਕਰੋ ਸਭ ਤੋਂ ਪਹਿਲੀ ਜਿਹੜੀ ਫਾਰਮ ਹੈ he knows me। ਹੁਣ ਇਹ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਕਿਹੜੀ ਫਾਰਮ ਹੈ ਜੀ, ਇਹ ਐਕਟਿਵ ਹੈ। ਐਕਟਿਵ ਫਾਰਮ ਹੈ ਜਿਹੜੀ ਤੁਹਾਡੇ ਕੋਲ ਇਹ ਦਿੱਤੀ ਹੋਈ ਹੈ। ਐਕਟਿਵ ਕਿਵੇਂ ਪਤਾ ਲੱਗਿਆ, he knows। ਸੈਂਟੈਂਸ ਜਿਹੜਾ ਹੈਗਾ ਆਪਣੇ ਕੋਲੇ ਕਿਹੜੇ ਟੈਂਸ ਦੇ ਵਿੱਚ ਹੈ, ਪ੍ਰੈਜ਼ੈਂਟ ਇੰਡੈਫੀਨਿਟ ਦੇ ਵਿੱਚ ਹੈ। ਬਾਈ ਦਾ ਯੂਜ਼ ਨਹੀਂ ਕੀਤਾ ਹੋਇਆ, ਵਰਬ ਦੀ ਥਰਡ ਫਾਰਮ ਨਹੀਂ ਕੀਤੀ ਹੋਈ, ਇੱਥੇ ਤੁਸੀਂ ਜਿਹੜਾ ਦਾ ਪਤਾ ਕਰ ਸਕਦੇ। ਸੋ ਇਹ ਐਕਟਿਵ ਫਾਰਮ ਹੈ, ਇਹਨੂੰ ਬਣਾਵਾਂਗੇ ਆਪਾਂ ਪੈਸਿਵ ਫਾਰਮ। ਪੈਸਿਵ ਫਾਰਮ ਪ੍ਰੈਜ਼ੈਂਟ ਇੰਡੈਫੀਨਿਟ ਦੇ ਕੀ ਹੁੰਦੀ ਹੈ, ਰੂਲਸ ਤੁਹਾਨੂੰ ਯਾਦ ਹੋਣੇ ਜ਼ਰੂਰੀ ਨੇ ਬਿਕਾਜ਼ ਪਿਛਲੀਆਂ 3 ਕਲਾਸਿਸ ਦੇ ਵਿੱਚ ਤੁਹਾਨੂੰ ਬੇਸਿਕ ਰੂਲਸ ਕਰਵਾ ਦਿੱਤੇ ਗਏ ਆ। ਹਾਂਜੀ, ਤਾਂ ਹੁਣ ਆਪਾਂ ਨੂੰ ਪਤਾ ਹੈ ਹੀ ਨੋਜ਼ ਮੀ ਪ੍ਰੈਜ਼ੈਂਟ ਇੰਡੈਫੀਨਿਟ ਟੈਂਸ ਹੈ, ਤਾਂ ਆਪਾਂ ਇਜ਼ ਐਮ ਆਰ ਵਰਬ ਦੀ ਥਰਡ ਫਾਰਮ ਬਾਈ ਅਗਰ ਆਪਣੇ ਕੋਲ ਜਿਹੜੀ ਫਿਕਸਡ ਪ੍ਰੈਪੋਜੀਸ਼ਨ ਹੋਏਗੀ ਉਹਦਾ ਯੂਜ਼ ਕਰਾਂਗੇ। ਸਬਜੈਕਟ ਨੂੰ ਆਬਜੈਕਟ ਤੇ ਆਬਜੈਕਟ ਨੂੰ ਸਬਜੈਕਟ ਆਪਾਂ ਬੇਸਿਕਲੀ ਉਹਨੂੰ ਇੰਟਰਚੇਂਜ ਕਰ ਦੇਣਾ। ਇੱਥੇ ਚੈੱਕ ਕਰੋ ਤੁਹਾਡੇ ਕੋਲੇ ਇਹ ਸਬਜੈਕਟ ਹੈ, ਦੈਨ ਤੁਹਾਡੇ ਕੋਲੇ ਵਰਬ ਦੀ ਫਰਸਟ ਫਾਰਮ ਯੂਜ਼ ਕੀਤੀ ਹੈ, ਦੈਨ ਆਬਜੈਕਟ ਹੈ। ਪ੍ਰੈਜ਼ੈਂਟ ਇੰਡੈਫੀਨਿਟ ਹੈ, ਸੋ ਆਪਾਂ ਪਹਿਲਾਂ ਬਣਾਇਆ ਆਬਜੈਕਟ ਨੂੰ ਸਬਜੈਕਟ, ਮੀ ਦਾ ਸਬਜੈਕਟ ਕੀ ਬਣ ਜਾਏਗਾ ਆਈ। ਦੈਨ ਤੁਸੀਂ ਆਈ ਦੇ ਨਾਲ ਜਿਹੜੀ ਹੈਲਪਿੰਗ ਵਰਬ ਯੂਜ਼ ਕਰਨੀ ਹੁੰਦੀ ਹੈ ਉਹ ਐਮ ਹੁੰਦੀ ਹੈ। ਵਰਬ ਦੀ ਥਰਡ ਫਾਰਮ ਆ ਗਈ ਨੋ, ਨਿਊ, ਨੋਨ। ਤਾਂ ਨੋਨ ਯੂਜ਼ ਕੀਤੀ, ਨੋਨ ਦੇ ਨਾਲ ਤੁਹਾਡੇ ਕੋਲੇ ਯੂਜ਼ ਕੀਤਾ ਜਾਂਦਾ ਜੀ ਟੂ। ਜਿਵੇਂ ਤੁਹਾਨੂੰ ਜਿਹੜਾ ਵਾ ਇਹ ਸਲਾਈਡ ਵਿੱਚ ਦਿਖਾਇਆ, ਦੇਖੋ ਫਰਸਟ ਸਲਾਈਡ ਦੇ ਵਿੱਚ ਜਿਹੜਾ ਆਪਾਂ ਦੇਖਿਆਗਾ ਨੋਨ ਦੇ ਨਾਲ ਤੁਹਾਡੇ ਕੋਲ ਜਿਹੜੀ ਫਿਕਸਡ ਪ੍ਰੈਪੋਜੀਸ਼ਨ ਹੁੰਦੀ ਹੈ ਉਹ ਟੂ ਹੁੰਦੀ ਹੈ। ਸੋ ਉਹੀ ਆਪਾਂ ਜਿਹੜੀ ਇੱਥੇ ਯੂਜ਼ ਕੀਤੀ ਹੈ, ਨੋਨ ਦੇ ਨਾਲ ਕੀ ਹੈਗਾ ਆਪਣੇ ਕੋਲੇ ਟੂ ਦਾ ਯੂਜ਼ ਕੀਤਾ। ਦੈਨ ਤੁਸੀਂ ਇਹ ਜਿਹੜਾ ਸਬਜੈਕਟ ਨੂੰ ਬਣਾਇਆ ਜੀ ਆਬਜੈਕਟ, ਹੀ ਦਾ ਕੀ ਬਣ ਜਾਏਗਾ ਆਬਜੈਕਟ, ਦੈਟ ਇਜ਼ ਹਿਮ। आई होप तुम्हारा फर्स्ट क्वेश्चन क्लियर हो गया होगा। फर्स्ट एग्जांपल आई एम नोन टू हिम, नोन बाय हिम नहीं आएगा, ਇੱਥੇ ਤੁਸੀਂ ਨੋਨ ਦੇ ਨਾਲ ਟੂ ਦਾ ਯੂਜ਼ ਕਰੋਗੇ ਬਿਕਾਜ਼ ਨੋਨ ਨਾਲ ਫਿਰ ਪ੍ਰੈਪੋਜੀਸ਼ਨ ਟੂ ਦਾ ਯੂਜ਼ ਕੀਤਾ ਜਾਂਦਾ ਜੋ ਕਿ ਬਾਈ ਨੂੰ ਰਿਪਲੇਸ ਕਰ ਦੇਗਾ। ਅਗਲੀ ਜਿਹੜੀ ਸੈਕੰਡ ਨੰਬਰ ਐਗਜ਼ਾਮਪਲ ਹੈ ਚੈੱਕ ਕਰੋ ਜੀ। his work satisfied me। ਸਭ ਤੋਂ ਪਹਿਲਾਂ ਸੈਂਟੈਂਸ ਚੈੱਕ ਕਰੋ ਕਿਹੜਾ ਸੈਂਟੈਂਸ ਹੈ, his work ਇਹ ਹੋ ਗਿਆ ਆਪਣਾ ਸਬਜੈਕਟ। ਦੈਨ ਤੁਹਾਡੇ ਕੋਲੇ ਜਿਹੜਾ verb ਹੈ
satisfied verb ਦੀ second form satisfied 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 then me ਤੁਹਾਡੇ ਕੋਲ ਕੀ ਆ ਗਿਆ ਇੱਥੇ object ਆ ਗਿਆ subject verb ਦੀ second form object subject object ਜੇ ਕਿਸੇ ਨੂੰ ਕੋਈ confusion ਹੁੰਦੀ ਹੈ ਤਾਂ ਇਹ ਚੀਜ਼ ਧਿਆਨ ਚ ਰੱਖ ਲਿਆ ਕਰੋ verb ਤੋਂ ਪਹਿਲਾਂ ਵਾਲਾ ਜਿਹੜਾ portion ਉਹ ਤੁਹਾਡਾ subject ਹੁੰਦਾ verb ਤੋਂ ਬਾਅਦ ਵਾਲਾ portion ਤੁਹਾਡਾ object ਹੁੰਦਾ ਹੈ ਹਾਂਜੀ ਤਾਂ ਹੁਣ ਇੱਥੇ ਦੇਖੋ ਆਪਾਂ ਸਭ ਤੋਂ ਪਹਿਲਾਂ ਹੁਣ ਇਹਨੂੰ ਕਰਾਂਗੇ ਇਹ ਵਾਲਾ tense ਜਿਹੜਾ ਹੈਗਾ ਤੁਹਾਡਾ ਅਗੇਨ ਤੁਸੀਂ ਚੈੱਕ ਕਰੋਗੇ ਕੀ ਹੈ sentence active form ਦੇ ਵਿੱਚ ਹੈ ਤੇ tense ਕੀ ਹੈ ਤੁਹਾਡਾ past indefinite tense ਹੈ ਤਾਂ ਬਾਅਦ ਵਾਲਾ verb ਦੀ third form by or other preposition then ਤੁਹਾਡਾ subject object ਔਰ object subject ਨੂੰ ਤੁਸੀਂ ਜਿਹੜਾ ਇੰਟਰਚੇਂਜ ਕਰ ਦੋਗੇ ਸਭ ਤੋਂ ਪਹਿਲਾਂ ਚੈੱਕ ਕਰੋ his verb ਤੁਹਾਡਾ subject ਹੈ object ਬਣੇਗਾ object ਤੁਹਾਡਾ subject ਬਣੇਗਾ me object ਹੈ ਤਾਂ me ਦਾ object ਤਾਂ ਤੁਹਾਡਾ subject ਬਣਿਆ ਕੀ ਬਣ ਗਿਆ I me ਦਾ ਕੀ ਬਣ ਜਾਏਗਾ I then ਤੁਸੀਂ ਯੂਜ਼ ਕਰੋਗੇ ਬਾਅਦ ਵਾਰ ਦੇ ਵਿੱਚੋਂ I ਦੇ ਨਾਲ ਕੀ ਲੱਗ ਜਾਂਦਾ was then verb ਦੀ third form satisfied ਸੈਟੀਸਫਾਈ ਦੇ ਨਾਲ ਤੁਹਾਡੇ ਕੋਲੇ ਕੀ ਆਉਂਦੀ ਹੁੰਦੀ ਹੈ ਫਿਰ ਸੇ ਪ੍ਰੈਪੋਜੀਸ਼ਨ ਵਿਦ ਜਿਵੇਂ ਤੁਹਾਨੂੰ ਦਿਖਾਈ ਹੈ ਜੀ ਕੁਐਸਚਨ ਤੁਸੀਂ ਦੇਖ ਸਕਦੇ ਹੋ ਸੈਟੀਸਫਾਈਡ ਦੇ ਨਾਲ ਤੁਹਾਡੇ ਕੋਲੇ verb ਦੀ ਜਿਹੜੀ ਹੈਗੀ ਹੈ ਫਿਕਸ ਪ੍ਰੈਪੋਜੀਸ਼ਨ ਵਿਦ ਯੂਜ਼ ਕੀਤੀ ਜਾਂਦੀ ਹੈ ਹਾਂਜੀ ਤਾਂ ਸੈਟੀਸਫਾਈਡ ਵਿਦ ਅਗੇਨ ਤੁਹਾਡੇ ਕੋਲੇ ਆ ਜਾਊਗਾ ਸਬਜੈਕਟ ਜੋ ਕਿ ਆਪਣੇ ਕੋਲੇ ਐਕਟਿਵ ਫਾਰਮ ਦਾ ਸਬਜੈਕਟ ਹੈ ਪੈਸਿਵ ਫਾਰਮ ਦਾ ਆਬਜੈਕਟ ਹੋਏਗਾ ਤਾਂ ਹੁਣ ਤੁਹਾਡੇ ਕੋਲੇ ਹਿਸ ਵਰਕ ਜਿਹੜਾ ਸਬਜੈਕਟ ਸੀ ਉਹ ਬਣ ਜਾਏਗਾ ਇੱਥੇ ਆਬਜੈਕਟ ਆਈ ਹੋਪ ਤੁਹਾਨੂੰ ਕਲੀਅਰ ਹੋ ਗਿਆ ਹੋਵੇਗਾ ਤਾਂ ਸੈਂਟੈਂਸ ਕੀ ਬਣ ਜਾਏਗਾ ਜੀ ਆਈ ਵਾਸ ਸੈਟੀਸਫਾਈਡ ਵਿਦ ਹਿਸ ਵਰਕ ਤਾਂ ਇਹ ਆਪਣੇ ਕੋਲੇ ਪੈਸਿਵ ਇਹ ਹੈ ਜੀ ਆਪਣੀ ਪੈਸਿਵ ਫਾਰਮ ਤਾਂ ਤੁਹਾਨੂੰ ਪਤਾ ਹੈ was ਦੇ ਨਾਲ verb ਦੀ ਥਰਡ ਫਾਰਮ ਐਸ ਸੱਚ ਦਾ ਯੂਜ਼ ਨਹੀਂ ਹੁੰਦੀ ਬਟ ਪੈਸਿਵ ਫਾਰਮ ਦੇ ਵਿੱਚ ਤੁਸੀਂ ਇਹਦਾ ਯੂਜ਼ ਕਰ ਸਕਦੇ ਹੋ ਐਵੇਂ ਜਿਹੜਾ ਤੁਸੀਂ ਇਹਦਾ ਪਤਾ ਕਰ ਸਕਦੇ ਹੋ ਹਾਂਜੀ ਆਈ ਹੋਪ ਤੁਹਾਨੂੰ ਐਗਜ਼ਾਮਪਲਸ ਕਲੀਅਰ ਹੋ ਗਿਆ ਹੋਣਗੇ ਟੌਪਿਕ ਕਲੀਅਰ ਹੋ ਗਿਆ ਹੋਵੇਗਾ ਹੁਣ ਤੁਸੀਂ ਕਰੋਗੇ ਪ੍ਰੈਕਟਿਸ ਕੁਐਸਚਨ ਸਭ ਤੋਂ ਪਹਿਲਾਂ ਤੁਹਾਨੂੰ ਟਾਈਮ ਦਿੱਤਾ ਜਾਏਗਾ ਤੁਸੀਂ ਸੋਲਵ ਕਰਨੇ ਆ ਦੈਨ ਤੁਹਾਨੂੰ ਜਿਹੜਾ ਇਹਨਾਂ ਦੇ ਆਨਸਰ ਰਿਵੀਲ ਕਰਾਂਗੇ ਦੇਖੋ ਜੀ ਕੁਐਸਚਨਸ ਨੇ ਤਿੰਨ ਕੁਐਸਚਨ ਨੇ ਤੁਹਾਡੇ ਲਈ ਸਕਰੀਨ ਦੇ ਉੱਤੇ ਤੁਹਾਨੂੰ ਸ਼ੋ ਹੋ ਗਏ ਹੈ First is the news surprised me. Second is you can please him. And the third question is this jug contains milk. ਵਨ ਬਾਏ ਵਨ ਜਿਹੜੇ ਕੁਐਸਚਨ ਨੇ ਤੁਸੀਂ ਸੋਲਵ ਕਰੋਗੇ ਦੈਨ ਇਹਨਾਂ ਦੇ ਆਨਸਰ ਹੈ ਜਿਹੜੇ ਤੁਹਾਨੂੰ ਇੱਥੇ ਰਿਵੀਲ ਕੀਤੇ ਜਾਣਗੇ ਦੱਸੇ ਜਾਣਗੇ ਚੈੱਕ ਕਰੋ ਫਰਸਟ ਸੈਕੰਡ ਐਂਡ ਥਰਡ ਕੁਐਸਚਨ ਧਿਆਨ ਨਾਲ ਪੜ੍ਹਨਾ ਹੈ ਦੈਨ ਤੁਸੀਂ ਇਹਦਾ ਜਿਹੜਾ ਹੈਗਾ ਐਕਟਿਵ ਟੂ ਪੈਸਿਵ ਜਾਂ ਫਿਰ ਪੈਸਿਵ ਟੂ ਐਕਟਿਵ ਫਾਰਮ ਜਿਹੜੀ ਉਹ ਬਣਾਉਣੀ ਹੈ ਹਾਂਜੀ ਤਾਂ ਕਰੀਏ ਸੋਲਵ ਸਭ ਤੋਂ ਪਹਿਲਾ ਕੁਐਸਚਨ ਚੈੱਕ ਕਰੋ ਦ ਨਿਊਜ਼ ਸਰਪ੍ਰਾਈਜ਼ਡ ਮੀ ਤਾਂ ਇੱਥੇ ਸਭ ਤੋਂ ਪਹਿਲਾਂ ਦੇਖ ਲਓ ਦਾ ਨਿਊਜ਼ ਤੁਹਾਡਾ ਸਬਜੈਕਟ ਹੋਏਗਾ ਸਰਪ੍ਰਾਈਜ਼ ਤੁਹਾਡੀ verb ਹੈ ਤੇ ਮੀ ਹੈ ਜਿਹੜਾ ਤੁਹਾਡਾ ਆਬਜੈਕਟ ਆ ਸਰਪ੍ਰਾਈਜ਼ ਕਿਹੜੀ ਫਾਰਮ ਹੋਗੀ verb ਦੀ ਸੈਕੰਡ ਫਾਰਮ ਤਾਂ ਟੈਂਸ ਕੀ ਬਣ ਗਿਆ ਤੁਹਾਡੇ ਕੋਲੇ ਪਾਸ ਇੰਡੈਫੀਨਿਟ ਟੈਂਸ ਬਣ ਗਿਆ ਸੋ ਤੁਸੀਂ ਜਿਹੜਾ ਪੈਸਿਵ ਫਾਰਮ ਦੇ ਵਿੱਚ ਐਕਟਿਵ ਟੂ ਪੈਸਿਵ ਬਣਾਓਗੇ ਬਿਕਾਜ਼ ਇਹ ਐਕਟਿਵ ਫਾਰਮ ਹੈ ਐਕਟਿਵ ਟੂ ਪੈਸਿਵ ਕਿਵੇਂ ਬਣੇਗੀ ਜੀ ਤੁਹਾਡੇ ਕੋਲੇ ਬਾਜ਼ ਵਾਲਾ verb ਦੀ ਥਰਡ ਫਾਰਮ ਤੁਹਾਡੇ ਕੋਲੇ ਇਸ ਤੋਂ ਬਾਅਦ ਬਾਈ ਜਾਂ ਵਿਦ ਦਾ ਯੂਜ਼ ਬਾਈ ਦਾ ਜਾਂ ਫਿਰ ਕਿਸੇ ਫਿਕਸਡ ਪ੍ਰੈਪੋਜੀਸ਼ਨ ਦਾ ਯੂਜ਼ ਹੋਏਗਾ ਦੈਨ ਤੁਸੀਂ ਇਹ ਜਿਹੜਾ ਆਪਣਾ ਸਬਜੈਕਟ ਆਬਜੈਕਟ ਜਿਹੜਾ ਨੂੰ ਚੇਂਜ ਕਰੋਗੇ ਸਭ ਤੋਂ ਪਹਿਲਾਂ ਦੇਖੋ ਆਬਜੈਕਟ ਬਣ ਜਾਏਗਾ ਸਬਜੈਕਟ ਆਪਾਂ ਕੀ ਬਣਾਤਾ ਮੀ ਨੂੰ ਆਈ ਬਣਾਤਾ ਬਿਕਾਜ਼ ਇਹ ਸਬਜੈਕਟ ਬਣ ਗਿਆ ਆਈ ਦੈਨ ਤੁਸੀਂ ਯੂਜ਼ ਕਰੋਗੇ ਬਾਜ਼ ਵਰਡ ਦੇ ਵਿੱਚੋਂ ਆਈ ਦੇ ਨਾਲ ਆ ਜਾਏਗਾ ਬਾਜ਼ ਦੈਨ verb ਦੀ ਥਰਡ ਫਾਰਮ ਸਰਪ੍ਰਾਈਜ਼ ਦਾ ਸਰਪ੍ਰਾਈਜ਼ ਸਰਪ੍ਰਾਈਜ਼ ਦੇ ਨਾਲ ਜਿਹੜੀ ਤੁਹਾਡੇ ਕੋਲ ਫਿਕਸਡ ਪ੍ਰੈਪੋਜੀਸ਼ਨ ਹੁੰਦੀ ਹੈ ਤੁਹਾਨੂੰ ਸਰਪ੍ਰਾਈਜ਼ ਨਾਲ ਕਿਹੜੀ ਪ੍ਰੈਪੋਜੀਸ਼ਨ ਕਰਵਾਈ ਗਈ ਹੈ at surprised at amazed at surprised at startled at astonished at ਇਹ ਜਿਹੜੇ ਤੁਹਾਨੂੰ ਵਰਡ ਕਰਵਾਏ ਹੈ ਸੋ ਸਰਪ੍ਰਾਈਜ਼ ਦੇ ਨਾਲ ਤੁਹਾਡੇ ਕੋਲ at ਦਾ ਯੂਜ਼ ਹੋਏਗਾ ਦੈਨ ਤੁਸੀਂ by ਦਾ ਹੁਣ ਯੂਜ਼ ਨਹੀਂ ਹੋਏਗਾ verb ਦੀ ਥਰਡ ਫਾਰਮ at ਦੈਨ ਤੁਹਾਡੇ ਕੋਲ ਆ ਜਾਏਗਾ ਸਬਜੈਕਟ ਦੈਟ ਇਜ਼ ਦਾ ਨਿਊਜ਼ ਜੋ ਕਿ ਆਪਣਾ ਪੈਸਿਵ ਫਾਰਮ ਦਾ ਆਬਜੈਕਟ ਬਣ ਗਿਆ ਤਾਂ I was surprised at the news ਜਿਹੜਾ ਤੁਹਾਡੇ ਕੋਲੇ ਪੈਸਿਵ ਫਾਰਮ ਹੈ ਆਪਾਂ ਬਣਾ ਲਿੱਤੀ ਹੈ ਆਈ ਹੋਪ ਤੁਹਾਨੂੰ ਕਲੀਅਰ ਹੋ ਗਈ ਹੋਏਗੀ ਬਾਕੀ ਤੁਹਾਡੇ ਕੋਲੇ ਜੇ ਆਪਸ਼ਨਸ ਹੋਈਆਂ ਤਾਂ ਤੁਹਾਨੂੰ ਇੱਥੇ ਬਾਈ ਜ਼ਰੂਰ ਦੇਣਗੇ ਜਾਂ ਫਿਰ ਤੁਹਾਡੇ ਕੋਲੇ ਵਿਦ ਯੂਜ਼ ਕੀਤਾ ਹੋ ਸਕਦਾ ਟੂ ਯੂਜ਼ ਕੀਤਾ ਜਾ ਸਕਦਾ ਤੁਹਾਨੂੰ ਜੇ ਫਿਕਸ ਪ੍ਰੈਪੋਜੀਸ਼ਨ ਪਤਾ ਹੈ ਕਿ ਸਰਪ੍ਰਾਈਜ਼ ਦੇ ਨਾਲ ਐਡ ਯੂਜ਼ ਕੀਤੀ ਜਾਂਦੀ ਹੈ ਫਿਰ ਤੁਸੀਂ ਇਹਨੂੰ ਈਜ਼ੀਲੀ ਸੋਲਵ ਕਰ ਸਕਦੇ ਹਾਂਜੀ ਤਾਂ ਸੈਕੰਡ ਨੰਬਰ ਕੁਐਸਚਨ ਚੈੱਕ ਕਰੋ ਯੂ ਸਬਜੈਕਟ ਹੋ ਗਿਆ ਕੈਨ ਨਾਟ ਆਪਣੇ ਕੋਲੇ ਜਿਵੇਂ ਤੁਹਾਨੂੰ ਕੈਨ ਪੁੱਟ ਮੇ ਮਾਈਟ ਆਪਣੇ ਜਿਹੜੇ ਵਰਡਸ ਆਪਾਂ ਕਰਵਾਏ ਸੀ ਤੁਹਾਨੂੰ ਦੱਸਿਆ ਸੀ ਕਿ ਇਹਨਾਂ ਦੇ ਨਾਲ ਤੁਹਾਡੇ ਕੋਲੇ ਬੀ ਯੂਜ਼ ਕੀਤੀ ਜਾਂਦੀ ਹੈ verb ਦੀ ਥਰਡ ਫਾਰਮ ਦੈਨ ਆਪਣੇ ਕੋਲੇ ਫਿਕਸ ਪ੍ਰੈਪੋਜੀਸ਼ਨ ਔਰ ਸਬਜੈਕਟ ਸਬਜੈਕਟ ਤੁਸੀਂ ਐਡ ਪਰ ਚੇਂਜ ਕਰਦੇ ਰਹਿਣਾ ਹੁੰਦਾ ਤਾਂ ਹੁਣ ਆਪਣੇ ਕੋਲੇ ਕੈਨ ਨਾਟ ਨਾਲ ਬਣ ਗਿਆ ਪਲੀਜ਼ verb ਹੋ ਗਿਆ ਆਪਣੇ ਕੋਲੇ ਦੈਨ ਹਿਮ ਯੂਜ਼ ਕੀਤਾ ਹੋਇਆ ਜੋ ਕਿ ਆਬਜੈਕਟ ਹੈ ਸਭ ਤੋਂ ਪਹਿਲਾਂ ਆਪਾਂ ਆਬਜੈਕਟ ਨੂੰ ਬਣਾਇਆ ਸਬਜੈਕਟ ਹਿਮ ਦਾ ਕੀ ਬਣ ਜਾਏਗਾ ਹੀ ਦੈਨ ਤੁਸੀਂ ਕੈਨ ਨਾਟ ਆ ਜਿਹੜਾ ਉਹ ਵੀ ਯੂਜ਼ ਕਰ ਲਓਗੇ ਹੀ ਕੈਨ ਨਾਟ ਦੇ ਨਾਲ ਕੀ ਆ ਜਾਏਗਾ ਬੀ verb ਦੀ ਥਰਡ ਫਾਰਮ ਪਲੀਜ਼ ਫਿਰ ਪਲੀਜ਼ ਦੇ ਨਾਲ ਕਿਹੜਾ ਪ੍ਰੈਪੋਜੀਸ਼ਨ ਯੂਜ਼ ਕੀਤਾ ਜਾਂਦਾ ਜੀ ਆਪਣੇ ਕੋਲੇ ਹੈ ਵਿਦ ਪਲੀਜ਼ਡ ਵਿਦ ਤਾਂ ਪਲੀਜ਼ ਦੇ ਨਾਲ ਵਿਦ ਯੂਜ਼ ਕੀਤਾ ਜਾਂਦਾ ਹੈ ਤੁਹਾਨੂੰ ਕਰਵਾਇਆ ਪਰ ਕੋਈ ਜਿਹੜੇ ਹੈਗੇ ਕਿ ਪਹਿਲਾਂ ਡਿਸਕਸ ਕੀਤੇ ਦੈਨ ਤੁਹਾਨੂੰ ਜਿਹੜੇ ਕੁਐਸਚਨ ਆਪਾਂ ਕਰਵਾ ਰਹੇ ਹਾਂ ਸੋ ਪਲੀਜ਼ ਦੇ ਨਾਲ ਵਿਦ ਹੈ ਜਿਹੜਾ ਯੂਜ਼ ਕੀਤਾ ਜਾਂਦਾ ਹੈ ਨੈਕਸਟ ਆਪਣੇ ਕੋਲੇ ਆ ਜਾਂਦਾ ਜੀ ਸਬਜੈਕਟ ਦੈਟ ਇਜ਼ ਯੂ ਪਲੀਜ਼ ਦੇ ਨਾਲ ਵਿਦ ਆਏਗਾ ਦੈਨ ਤੁਸੀਂ ਯੂਜ਼ ਕਰੋਗੇ ਜੀ
ਸਬਜੈਕਟ ਦੈਟ ਇਜ਼ ਯੂ। ਹਾਂਜੀ ਇੱਕ ਵਾਰ ਜਿਹੜਾ ਹੈਗਾ ਆਪਣਾ ਸਲਾਈਡ ਨੂੰ ਦੁਬਾਰਾ ਚੈੱਕ ਕਰੋ। ਆਪਣੇ ਕੋਲੇ ਪਲੀਜ਼ ਦੇ ਨਾਲ ਇੱਥੇ ਐਡ ਮਾਰਕ ਕੀਤਾ ਹੋਇਆ ਜੋ ਕਿ ਰੋਂਗ ਹੈ ਤੇ ਵਿਦ ਆਏਗਾ। ਇਹਨੂੰ ਜਿਹੜਾ ਹੈਗਾ ਸਾਰਿਆਂ ਨੇ ਕਰੈਕਟ ਕਰ ਲੈਣਾ। ਪਲੀਜ਼ ਦੇ ਨਾਲ ਵਿਦ ਆਉਣਾ ਹੁੰਦਾ ਹੈ, ਐਡ ਨਹੀਂ ਆਉਣਾ ਹੁੰਦਾ। ਪਲੀਜ਼ ਵਿਦ ਹੈ ਜਿਹੜਾ ਤੁਹਾਡੇ ਕੋਲ ਯੂਜ਼ ਕੀਤਾ ਜਾਂਦਾ ਹੈ, ਐਡ ਦਾ ਯੂਜ਼ ਹੈ ਜਿਹੜਾ ਇੱਥੇ ਰੋਂਗ ਮਾਰਕ ਕੀਤਾ ਹੋਇਆ। ਇਹ ਵਾਲੀ ਚੀਜ਼ ਦੇ ਵਿੱਚ ਤੁਸੀਂ ਕਰੈਕਸ਼ਨ ਕਰ ਲੈਣੀ। ਹਾਂਜੀ ਤਾਂ ਆਈ ਹੋਪ ਤੁਹਾਨੂੰ क्वेश्चन समझ आ गया। सेकंड क्वेश्चन अपना सॉल्व करते हैं। थर्ड देखो दिस जग कंटेन्स मिल्क। ਹੁਣ ਇਹਨੂੰ ਕਿਵੇਂ ਸੋਲਵ ਕਰੋਗੇ? ਦਿਸ ਜਗ ਤੁਹਾਡਾ ਸਬਜੈਕਟ ਹੈ, ਕੰਟੇਨਸ ਆਪਣੀ verb ਹੈ ਤੇ ਮਿਲਕ ਤੁਹਾਡਾ ਆਬਜੈਕਟ ਹੈ। ਆਬਜੈਕਟ ਨੂੰ ਬਣਾ ਦਿਓ ਸਬਜੈਕਟ ਮਿਲਕ। ਦੈਨ ਤੁਹਾਡੇ ਕੋਲੇ ਦੇਖੋ verb ਦੀ ਫਰਸਟ ਫਾਰਮ ਐਸੀ ਹੈ ਯੂਜ਼ ਕੀਤਾ ਹੋਇਆ ਹੈ, ਪ੍ਰੈਜ਼ੈਂਟ ਇੰਡੈਫੀਨਿਟ ਟੈਂਸ ਹੈ ਤਾਂ ਆਪਾਂ ਬਣਾਵਾਂਗੇ ਇਹਦੀ ਪੈਸਿਵ ਫਾਰਮ ਦੈਟ ਇਜ਼ ਮਿਲਕ ਇਜ਼। ਦੈਨ ਤੁਹਾਡੇ ਕੋਲੇ verb ਦੀ ਥਰਡ ਫਾਰਮ ਕੰਟੇਨਸ ਦਾ ਬਣ ਜਾਊਗਾ ਕੰਟੇਨਡ। ਕੰਟੇਨ ਦੇ ਨਾਲ ਤੁਹਾਡੇ ਕੋਲ ਜਿਹੜੀ ਫਿਕਸ ਪ੍ਰੈਪੋਜੀਸ਼ਨ ਹੁੰਦੀ ਆ ਉਹ ਹੁੰਦੀ ਹੈ ਇਨ। ਅੱਗੇ ਤੁਹਾਡੇ ਕੋਲ ਆ ਜਾਏਗਾ ਜੀ ਆਪਣਾ ਸਬਜੈਕਟ ਦੈਟ ਇਜ਼ ਦਿਸ ਜਗ। ਮਿਲਕ ਇਜ਼ ਕੰਟੇਨਡ ਇਨ ਦਿਸ ਜਗ। ਆਈ ਹੋਪ ਤੁਹਾਨੂੰ ਇਹ ਕਲੀਅਰ ਹੋ ਗਿਆ ਹੋਵੇਗਾ। ਤਿੰਨ ਕੁਐਸਚਨ ਆਪਾਂ ਸੋਲਵ ਕੀਤੇ ਆ। ਪਲੀਜ਼ ਦਾ ਵਾਲਾ ਯੂਜ਼ ਮਾਰਕ ਕਰ ਲਿਓ ਕਿ ਪਲੀਜ਼ ਦੇ ਨਾਲ ਵਿਦ ਯੂਜ਼ ਹੁੰਦਾ ਹੈ, ਐਡ ਯੂਜ਼ ਨਹੀਂ ਹੁੰਦਾ। ਬਾਈ ਮਿਸਟੇਕ ਆਪਣੀ ਸਲਾਈਡ ਦੇ ਵਿੱਚ ਆਪਾਂ ਪਲੀਜ਼ ਦੇ ਨਾਲ ਐਡ ਕੀਤਾ, ਉਹ ਜਿਹੜੇ ਤੁਸੀਂ ਕਰੈਕਸ਼ਨ ਕਰ ਲੈਣੀ ਹੈ। ਦ ਨਿਊਜ਼ ਸਰਪ੍ਰਾਈਜ਼ਡ ਮੀ, ਆਈ ਵਾਸ ਸਰਪ੍ਰਾਈਜ਼ਡ ਐਟ ਦ ਨਿਊਜ਼। You cannot please him, he cannot be pleased with you. And the third question is this jug contains milk, milk is contained in this jug. I hope ਤੁਹਾਨੂੰ ਕੁਐਸਚਨ ਹੈ ਜਿਹੜਾ ਟੌਪਿਕ ਹੈ ਜਿਹੜਾ ਕਲੀਅਰ ਹੋ ਗਿਆ ਹੋਵੇਗਾ। ਨੈਕਸਟ ਦੇਖੋ ਜੀ ਆਪਣੇ ਕੋਲੇ verbs having prepositions ਜਿਹੜੇ ਕੋਲੇ ਫਿਕਸਡ prepositions ਹੋਣਗੀਆਂ। ਫਿਕਸਡ prepositions ਹੋਣਗੀਆਂ ਤੇ ਤੁਸੀਂ ਇਹ ਜਿਹੜਾ ਬਾਈ ਵਗੈਰਾ ਦੇ ਯੂਜ਼ ਉਹਨਾਂ ਨਾਲ ਕਰੋਗੇ ਤਾਂ ਉਹ preposition ਨੂੰ ਤੁਸੀਂ ਇਗਨੋਰ ਨਹੀਂ ਕਰ ਸਕਦੇ, preposition ਨਾਲ ਹੀ ਲਿਖੀ ਜਾਏਗੀ। ਹਾਂਜੀ ਤਾਂ ਇਹ ਆਪਣਾ ਕਨਸੈਪਟ ਹੈ ਕਿ prepositions ਨੂੰ ਇਗਨੋਰ ਤੁਸੀਂ ਨਹੀਂ ਕਰ ਸਕਦੇ। ਪ੍ਰੈਪੋਜੀਸ਼ਨ ਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ। ਜਿਹੜੀ ਪ੍ਰੈਪੋਜੀਸ਼ਨ ਜਿਹੜੀ verb ਦੇ ਨਾਲ ਲਿਖੀ ਹੋਈ ਹੈ ਉਹਨੂੰ ਐਸ ਸੱਚ ਤੁਸੀਂ ਜਿਹੜਾ verbs ਦੇ ਨਾਲ ਅਟੈਚ ਕਰਕੇ ਲਿਖ ਦੇਣਾ। ਐਗਜ਼ਾਮਪਲ ਤੁਹਾਨੂੰ ਦਿੱਤੀ ਗਈ ਹੈ ਸੋ ਦੈਟ ਤੁਹਾਨੂੰ ਈਜ਼ੀਲੀ ਇਹ ਵਾਲਾ ਕਨਸੈਪਟ ਸਮਝ ਆ ਜਾਏ। ਦੇਖੋ ਆਈ ਵਾਜ਼ ਵੇਟਿੰਗ ਫॉर ਹਿਮ, ਆਈ ਵਾਜ਼ ਵੇਟਿੰਗ ਫॉर ਹਿਮ। ਤਾਂ ਹੁਣ ਦੇਖੋ ਵੇਟਿੰਗ ਦੇ ਨਾਲ ਤੁਹਾਡੇ ਕੋਲ ਜਿਹੜੀ ਫਿਕਸਡ ਪ੍ਰੈਪੋਜੀਸ਼ਨ ਹੈ ਉਹ ਫॉर ਯੂਜ਼ ਕੀਤੀ ਹੋਈ ਹੈ, ਵੇਟਿੰਗ ਫॉर ਯੂਜ਼ ਕੀਤਾ ਹੋਇਆ ਹੈ। ਅੱਗੇ ਤੁਹਾਡਾ ਆਬਜੈਕਟ ਹੈ ਜੀ ਹਿਮ। ਨੈਕਸਟ ਤੁਹਾਡੇ ਕੋਲ ਜਿਹੜੀ ਹੈਲਪਿੰਗ verb ਵਾਜ਼ ਆ ਗਈ। ਅੱਗੇ ਆਈ ਹੈ ਜਿਹੜਾ ਆਪਣੇ ਕੋਲੇ ਸਬਜੈਕਟ ਆ ਗਿਆ। ਹੁਣ ਇਹ ਸੈਂਟੈਂਸ ਕਿਹੜਾ ਹੈ ਜੀ ਆਪਣੇ ਕੋਲ ਆਪਾਂ ਨੂੰ ਪਤਾ ਹੈ ਇਹ ਪਾਸਟ ਕੰਟੀਨਿਊਸ ਹੋ ਗਿਆ, ਪਾਸਟ ਕੰਟੀਨਿਊਸ ਹੋ ਗਿਆ। ਸੋ ਬੀਇੰਗ ਨਾਲ ਸੈਂਟੈਂਸ ਬਣੇਗਾ ਬੀਇੰਗ verb ਦੀ ਥਰਡ ਫਾਰਮ। ਬਾਈ ਜਾ ਆਪਣੇ ਕੋਲ ਸਬਜੈਕਟ ਆਬਜੈਕਟ ਆਬਜੈਕਟ ਸਬਜੈਕਟ ਐਸ ਪਰ ਆਪਾਂ ਜਿਵੇਂ ਚੇਂਜ ਕਰਦੇ ਹਾਂ। ਸਭ ਤੋਂ ਪਹਿਲਾਂ ਆਬਜੈਕਟ ਨੂੰ ਬਣਾਇਆ ਸਬਜੈਕਟ ਹੀ ਬਣ ਜਾਏਗਾ। ਦੈਨ ਵਾਜ਼ ਹੀ ਵਾਜ਼ ਬੀਇੰਗ verb ਦੀ ਥਰਡ ਫਾਰਮ ਵੇਟਡ। ਵੇਟਡ ਦੇ ਨਾਲ ਹੀ ਤੁਹਾਡੇ ਕੋਲੇ ਫॉर ਯੂਜ਼ ਕੀਤਾ ਗਿਆ। ਦੇਖੋ ਫॉर ਨੂੰ ਆਪਾਂ ਰਿਮੂਵ ਹੀ ਕਰਨਾ, ਫॉर ਨੂੰ ਨਾਲ ਯੂਜ਼ ਕਰਨਾ ਹੈ। ਦੈਨ ਬਾਈ ਲਾਸਟ ਦੇ ਤੁਹਾਡੇ ਕੋਲੇ ਸਬਜੈਕਟ ਆ ਜਾਏਗਾ, ਆਈ ਦਾ ਕੀ ਬਣ ਜਾਏਗਾ ਵੀ ਬਣ ਜਾਏਗਾ। ਹਾਂਜੀ ਤਾਂ ਐਗਜ਼ਾਮਪਲ ਤੁਹਾਨੂੰ ਪਤਾ ਲੱਗ ਗਿਆ ਹੋਵੇਗੀ। ਸੋ ਫਿਕਸਡ ਪ੍ਰੈਪੋਜੀਸ਼ਨ ਦਾ ਟੌਪਿਕ ਹੈ ਜੀ ਤੁਹਾਡੇ ਕੋਲ। ਜੇ ਕਿਸੇ ਸੈਂਟੈਂਸ ਦੇ ਵਿੱਚ ਤੁਹਾਡੇ ਕੋਲੇ verb ਦੇ ਨਾਲ ਪ੍ਰੈਪੋਜੀਸ਼ਨ ਦਿੱਤੀ ਹੋਈ ਹੈ ਤਾਂ ਉਸ ਪ੍ਰੈਪੋਜੀਸ਼ਨ ਨੂੰ ਤੁਸੀਂ ਇਗਨੋਰ ਨਹੀਂ ਕਰਨਾ, verb ਦੇ ਨਾਲ ਤੁਸੀਂ ਐਸ ਸੱਚ ਉਵੇਂ ਹੀ ਲਿਖ ਦੇਣਾ ਹੈ। ਬਾਕੀ ਜਿਹੜੇ ਤੁਹਾਡੇ ਕੋਲੇ ਵਰਡ ਜਿਵੇਂ ਆਪਾਂ ਸੈਟੀਸਫਾਈਡ ਕੀਤਾ, ਫਿਲਡ ਹੋ ਗਿਆ, ਕੰਟੇਨਡ ਹੋ ਗਿਆ, ਕੰਸਰਨ ਆਪਣਾ ਸੌਰੀ ਵਰਡ ਜਿਹੜੇ ਆਪਾਂ ਜਿਵੇਂ ਵੀ ਯੂਜ਼ ਕੀਤੇ ਕੰਟੇਨਡ ਹੋ ਗਿਆ ਨਾ, ਤਾਂ ਉਹਨਾਂ ਦੇ ਨਾਲ ਤੁਹਾਡੇ ਕੋਲ ਜਿਹੜੀਆਂ ਪ੍ਰੈਪੋਜੀਸ਼ਨ ਹੋਣਗੀਆਂ ਉਹਨਾਂ ਨੂੰ ਤੁਸੀਂ ਧਿਆਨ 'ਚ ਰੱਖੋਗੇ। ਉਹ ਫਿਕਸਡ ਪ੍ਰੈਪੋਜੀਸ਼ਨ ਦਾ ਟੌਪਿਕ ਹੈ, ਉੱਥੇ ਉਹ ਬਾਈ ਨੂੰ ਰਿਪਲੇਸ ਕਰਨੀ ਹੈ। ਬਟ ਕਈ ਵਾਰ ਵੀ ਸੈਂਟੈਂਸ ਦੇ ਵਿੱਚ ਪ੍ਰੈਪੋਜੀਸ਼ਨ verb ਦੇ ਨਾਲ ਹੀ ਦਿੱਤੀ ਹੈ। ਇਟ ਮੀਨਸ ਤੁਹਾਡੇ ਕੋਲ ਐਸਾ ਐਵੇਂ ਕੁਐਸਚਨ ਤਾਂ ਪੁੱਛਣਗੇ ਨਹੀਂ ਵੀ ਤੁਹਾਨੂੰ ਪ੍ਰੈਪੋਜੀਸ਼ਨ ਵੀ ਕਹਿੰਦੀ ਸੈਂਟੈਂਸ ਪੁੱਛਿਆ ਜਾ ਰਿਹਾ। ਸੋ ਉੱਥੇ ਤੁਹਾਡੇ ਕੋਲ ਜਿਹੜਾ ਟੌਪਿਕ ਹੁੰਦਾ ਉਹ ਇਹ ਹੁੰਦਾ ਕਿ verbs ਹੈ ਜਿਹੜੀਆਂ ਪ੍ਰੈਪੋਜੀਸ਼ਨ ਜਿਹੜੀ ਨਾਲ ਉਹਨਾਂ ਦੇ ਲਿਖੀ ਹੁੰਦੀ ਆ ਉਹਨੂੰ ਉਵੇਂ ਹੀ ਲਿਖਿਆ ਜਾਂਦਾ ਹੈ, ਉਹਨੂੰ ਨਾਲ ਲੈ ਕੇ ਚੱਲਦੇ ਉਹਨਾਂ ਨੂੰ ਇਗਨੋਰ ਨਹੀਂ ਕਰ ਸਕਦੇ। ਹਾਂਜੀ ਤਾਂ ਇਹ ਆਪਣਾ ਟੌਪਿਕ ਸੀ। ਹੁਣ ਇਹਦੇ ਦੇਖਾਂਗੇ ਆਪਾਂ ਕੁਐਸਚਨ ਪ੍ਰੈਕਟਿਸ ਕੁਐਸਚਨ ਦੇ ਨਾਲ ਜਿਹੜਾ ਕੁਐਸਚਨ ਆਪਣਾ ਜਿਹੜਾ ਟੌਪਿਕ ਹੋਏਗਾ ਉਹ ਬਹੁਤ ਚੰਗੇ ਤਰੀਕੇ ਨਾਲ ਕਲੀਅਰ ਹੋ ਗਿਆ। अपने तीन क्वेश्चन है। फर्स्ट क्वेश्चन इज ही knocked at the door, सेकंड इज he did not listen to me, थर्ड इज they laughed at the poor man। चेक करो ते सॉल्व करो ਇਹਨਾਂ ਨੂੰ, ਦੇਨ ਆਪਾਂ ਇਹਨਾਂ ਦੇ ਆਨਸਰ ਹੈ ਜਿਹੜੇ ਉਹ ਡਿਸਕਸ ਕਰਾਂਗੇ। ਦੇਖੋ ਜੀ ਧਿਆਨ ਨਾਲ ਕੁਐਸਚਨ ਪੜੋਗੇ, ਦੇਨ ਜਿਹੜਾ ਤੁਸੀਂ ਇਹਨਾਂ ਦਾ ਆਨਸਰ ਉਹ ਮਾਰਕ ਕਰੋਗੇ। He knocked at the door, he did not listen to me, third is they laughed at the poor man। ਹਾਂਜੀ ਤਾਂ ਆਈ ਹੋਪ ਤੁਸੀਂ ਸੋਲਵ ਹੈ ਜਿਹੜਾ ਕਰ ਲਿਆ ਹੋਣਾ। ਇੱਕ ਦੋ ਦੇਖੋ ਵਨ ਬਾਈ ਵਨ ਆਪਾਂ ਇਹਨਾਂ ਨੂੰ ਡਿਸਕਸ ਕਰਾਂਗੇ। ਕੀ ਆਪਣੇ ਕੋਲੇ ਸਬਜੈਕਟ ਹੈ, ਨੌਕ ਤੁਹਾਡੇ ਕੋਲੇ verb ਆ ਗਈ, ਨੌਕ ਦੇ ਨਾਲ ਜਿਹੜੀ ਤੁਹਾਡੇ ਕੋਲੇ ਐਟ ਟੌਪਿਕ ਚ ਪ੍ਰੈਪੋਜੀਸ਼ਨ ਆ ਗਈ। ਦਾ ਡੋਰ ਹੈ ਜਿਹੜਾ ਤੁਹਾਡੇ ਕੋਲੇ ਕੀ ਬਣ ਜਾਏਗਾ ਜੀ ਆਬਜੈਕਟ ਬਣ ਜਾਏਗਾ। ਸੋ ਸਬਜੈਕਟ verb ਆਬਜੈਕਟ। ਨੌਕ ਤੁਹਾਡੇ ਕੋਲੇ verb ਦੀ ਸੈਕੰਡ ਫਾਰਮ ਹੈ ਤਾਂ ਆਪਣੇ ਕੋਲੇ ਸੈਂਟੈਂਸ ਹੈ ਜਿਹੜਾ ਉਹ ਪਾਸਟ ਇੰਡੈਫੀਨਿਟ ਦੇ ਵਿੱਚ ਹੈ, ਬਾਅਦ ਵਿੱਚ verb ਦੀ ਥਰਡ ਫਾਰਮ ਬਾਈ ਆਬਜੈਕਟ ਆਪਣੇ ਕੋਲੇ ਸਬਜੈਕਟ ਯੂਜ਼ ਕੀਤਾ ਜਾਏਗਾ। ਇਹ ਹੋਏਗੀ ਤੁਹਾਡੇ ਕੋਲ ਸਟਰਕਚਰ। ਚੈੱਕ ਕਰੋ ਹੁਣ ਆਪਾਂ ਇਹਨੂੰ ਬਣਾਉਣੇ ਆ ਪੈਸਿਵ ਫਾਰਮ ਦੇ ਵਿੱਚ ਟ੍ਰਾਂਸਲੇਟ ਕਰਦੇ ਹਾਂ। ਦ ਡੋਰ was knocked at by he ਦਾ ਕੀ ਬਣ ਜਾਏਗਾ him। ਤਾਂ knock ਦੇ ਨਾਲ ਹੀ at ਲਿਖਿਆ ਗਿਆ, ਇਹ ਚੀਜ਼ ਤੁਸੀਂ ਨੋਟ ਕਰੋਗੇ। then by ਔਰ
अपने कोले सब्जेक्ट जो कि ਆਪਾਂ ऑब्जेक्ट बनाया ਉਹਨੂੰ यूज ਕੀਤਾ आई होप ਤੁਹਾਡਾ ਇਹ ਸਾਰਿਆਂ ਨੂੰ ਸਹੀ ਹੋਏਗਾ। ਸੈਕੰਡ ਕੁਐਸਚਨ ਨੂੰ ਕਿਵੇਂ ਬਣਾਇਆ ਜੀ ਤੁਸੀਂ ਚੈੱਕ ਕਰੋ। ਹੀ डिड नॉट लिसन टू मी ही सब्जेक्ट है डिड नॉट ਤੁਹਾਡੇ ਕੋਲ ਹੈਲਪਿੰਗ वर्ब ਆ ਗਈ ਲਿਸਨ वर्ब ਦੀ ਫਰਸਟ ਫਾਰਮ ਆ ਗਈ ਆਪਣੇ ਕੋਲੇ ਟੂ ਮੀ ਹੈ ਜਿਹੜਾ ਸੌਰੀ ਲਿਸਨ ਦੇ ਨਾਲ ਜਿਹੜੀ ਫਿਕਸਡ ਪ੍ਰੈਪੋਜੀਸ਼ਨ ਟੂ ਆ ਗਈ ਮੀ ਆਪਣਾ ਆਬਜੈਕਟ ਬਣ ਗਈ। ਸੋ ਮੀ ਨੂੰ ਸਭ ਤੋਂ ਪਹਿਲਾਂ ਸਬਜੈਕਟ ਬਣਾਇਆ ਆਈ then ਤੁਸੀਂ यूज करोगे ਹੁਣ देखो ये past indefinite अगेन बाद वर्ब ਦਾ यूज ਕੀਤਾ ਜਾਏਗਾ I was ਅੱਗੇ ਤੁਸੀਂ not ਦਾ यूज ਕਰੋਗੇ did ਦੀ ਥਾਂ ਤੇ was ਆ ਗਿਆ ਬਿਕਾਜ਼ verb ਦੀ ਸੈਕੰਡ ਫਾਰਮ ਸੀ ਇਟ ਮੀਨਸ ਇਹ past indefinite ਹੈ past indefinite ਨੂੰ ਆਪਾਂ ਜਦੋਂ ਟ੍ਰਾਂਸਲੇਟ ਕਰਨਾ ਹੁੰਦਾ past verb ਦੀ ਥਰਡ ਫਾਰਮ ਤੁਹਾਡੇ ਕੋਲੇ ਆਬਜੈਕਟ ਹੈ ਜਿਹੜਾ ਆਪਾਂ यूज ਕਰਦੇ ਨੇ ਪ੍ਰੈਪੋਜੀਸ਼ਨ ਜਿਹੜੀ ਆਪਣੇ ਕੋਲੇ ਆ ਜਾਂਦੀ ਹੈ ਬਾਈ ਜਾਂ ਫਿਰ ਆਪਣੇ ਕੋਲ ਜੇ ਕੋਈ ਫਿਕਸ ਪ੍ਰੈਪੋਜੀਸ਼ਨ ਹੈ ਤਾਂ ਫਿਕਸ ਪ੍ਰੈਪੋਜੀਸ਼ਨ। ਹਾਂਜੀ ਤਾਂ he did not listen to me ਕਿਵੇਂ ਬਣੇਗਾ I was not listen ਹੈ ਜਿਹੜਾ ਬਣ ਜਾਏਗਾ listened ਤੁਹਾਡੇ ਕੋਲੇ ਜਿਹੜੀ ਫਿਕਸਡ ਪ੍ਰੈਪੋਜੀਸ਼ਨ ਹੈ ਟੂ ਉਹ यूज ਕੀਤੀ ਅੱਗੇ ਆ ਜਾਏਗਾ ਬਾय then he ਦਾ ਕੀ ਬਣ ਜਾਏਗਾ him। ਇਹ ਹੈ ਜੀ ਤੁਹਾਡੇ ਕੋਲੇ ਸੈਕੰਡ ਕੁਐਸਚਨ I was not listened to by him I hope ਤੁਹਾਨੂੰ ਕਲੀਅਰ ਹੈ ਤੇ ਤੁਹਾਡਾ ਸਹੀ ਵੀ ਹੈ। ਥਰਡ ਕੁਐਸਚਨ ਦੇਖੋ ਜੀ ਤੁਸੀਂ ਕਿਵੇਂ ਬਣਾਇਆ ਦੇ ਤੁਹਾਡੇ ਕੋਲੇ ਸਬਜੈਕਟ ਹੈ laughed at ਤੁਹਾਡੇ ਕੋਲੇ verb ਆ ਗਈ the poor man ਤੁਹਾਡਾ ਆਬਜੈਕਟ ਬਣ ਗਿਆ ਤਾਂ ਆਬਜੈਕਟ ਨੂੰ ਬਣਾਇਆ ਸਬਜੈਕਟ the poor man ਅੱਗੇ ਤੁਸੀਂ ਦੇਖੋਗੇ verb ਦੀ ਸੈਕੰਡ ਫਾਰਮ ਹੈ ਇਟ ਮੀਨਸ ਇਹ ਕੀ ਬਣ ਗਿਆ ਆਪਣਾ past indefinite ਸੋ ਬਾਅਦ ਦਾ यूज ਕੀਤਾ the poor man ਸਿੰਗੂਲਰ ਹੈ ਬਾਅਦ यूज ਕੀਤਾ। ਅੱਗੇ ਤੁਸੀਂ ਦੇਖੋਗੇ verb ਦੀ ਥਰਡ ਫਾਰਮ laughed ਹੀ ਹੁੰਦੀ ਹੈ ਸੋ LAUGHED laughed at ਅੱਗੇ ਤੁਸੀਂ ਪ੍ਰੈਪੋਜੀਸ਼ਨ ਹੈ ਜਿਹੜੀ ਫਿਕਸਡ ਪ੍ਰੈਪੋਜੀਸ਼ਨ ਨੂੰ ਨਾਲ ਹੀ ਅਟੈਚ ਕਰੋਗੇ ਉਹਨੂੰ ਨਹੀਂ ਰਿਮੂਵ ਕਰ ਸਕਦੇ। ਅੱਗੇ ਤੁਹਾਡੇ ਕੋਲੇ ਆ ਜਾਏਗਾ ਜੀ ਬਾਏ ਦੈਨ ਲਾਸਟ ਤੇ ਤੁਹਾਡੇ ਕੋਲੇ ਜਿਹੜਾ ਸਬਜੈਕਟ ਉਹ ਬਣ ਜਾਏਗਾ ਆਬਜੈਕਟ ਦੇ ਦਾ ਕੀ ਬਣ ਜਾਏਗਾ ਦੈਨ। ਸੋ ਐਵੇਂ ਜਿਹੜਾ ਆਪਾਂ ਥਰਡ ਸੈਂਟੈਂਸ ਨੂੰ ਬਣਾਉਣਾ ਸੀ they laughed at the poor man ਕਿਵੇਂ ਬਣ ਜਾਏਗਾ the poor man was laughed at by them। I hope ਤੁਹਾਨੂੰ ਤਿੰਨੋਂ ਕੁਐਸਚਨ ਹੈ ਜਿਹੜੇ ਤੁਸੀਂ ਸੋਲਵ ਕੀਤੇ ਹੋਣੇ ਤੁਹਾਡੇ ਸਹੀ ਵੀ ਹੋਣਗੇ। ਹਾਂਜੀ ਤਾਂ ਇਹ ਸੀ ਆਪਣਾ ਜਿਹੜਾ ਫਿਕਸਡ ਸੌਰੀ ਪ੍ਰੈਪੋਜੀਸ਼ਨ ਵਾਲਾ ਟੌਪਿਕ ਕਿ ਜੇ ਤੁਹਾਨੂੰ ਕਈ ਵਾਰ ਕੀ ਹੁੰਦੇ ਕਈ ਵਰਬਸ ਐਸੇ ਹੁੰਦੇ ਜਿਨ੍ਹਾਂ ਨਾਲ ਫਿਕਸਡ ਪ੍ਰੈਪੋਜੀਸ਼ਨ ਆਉਂਦੀ ਹੈ ਤਾਂ ਉੱਥੇ ਤੁਹਾਡੇ ਕੋਲ ਉਹ ਬਾਈ ਨੂੰ ਰਿਪਲੇਸ ਕਰੇਗੀ ਬਟ ਕਈ ਵਾਰ ਜਿੱਦਾਂ ਸੈਂਟੈਂਸ ਵਿੱਚ ਪ੍ਰੈਪੋਜੀਸ਼ਨ ਦਿੱਤੀ ਹੁੰਦੀ ਹੈ ਤਾਂ ਉੱਥੇ ਤੁਹਾਨੂੰ ਜਿਹੜਾ ਬਾਈ ਦਾ ਹੀ ਯੂਜ਼ ਕਰਨ ਲਈ ਜਿਹੜਾ ਹੈਗਾ ਕਿਹਾ ਜਾ ਰਿਹਾ ਹੁੰਦਾ ਤੇ ਤੁਸੀਂ ਜਿਹੜਾ ਇਹਨਾਂ ਦੋਨਾਂ ਦੇ ਵਿੱਚ ਡਿਫਰੈਂਸ਼ੀਏਟ ਹੈ ਜਿਹੜਾ ਉਹ ਕਰ ਲੈਣਾ ਕਿ ਕੀ ਡਿਫਰੈਂਸ ਹੈ ਕਿਸ ਤਰੀਕੇ ਨਾਲ ਜਿਹੜਾ ਤੁਸੀਂ ਇਹਨਾਂ ਕਰੋਗੇ। ਬਾਕੀ ਪ੍ਰੈਕਟਿਸ ਦੇ ਨਾਲ ਤੁਹਾਡੇ ਹਰ ਇੱਕ ਟੌਪਿਕ ਹੈ ਜਿਹੜੇ ਵਧੀਆ ਚੰਗੇ ਤਰੀਕੇ ਨਾਲ ਤੁਹਾਡੇ ਕਵਰ ਹੋ ਜਾਣਗੇ। ਸੋ ਪ੍ਰੈਕਟਿਸ ਜ਼ਰੂਰ ਕਰਨੀ ਹੈ ਕੁਐਸਚਨਸ ਦੀ ਮੈਕਸਿਮਮ ਕੁਐਸਚਨ ਤੁਸੀਂ ਗੂਗਲ ਵਗੈਰਾ ਤੇ ਸਰਚ ਕਰ ਸਕਦੇ ਹੋ ਤੁਹਾਡੇ ਕੋਲੇ ਪ੍ਰੀਵੀਅਸ ਕੁਐਸਚਨ ਜਿਹੜੇ ਤੁਹਾਨੂੰ ਮਿਲ ਜਾਣਗੇ। ਬਾਕੀ ਮੌਕ ਟੈਸਟ ਵਗੈਰਾ ਤੁਸੀਂ ਲਗਾਉਂਦੇ ਹੋਗੇ ਤਾਂ ਉੱਥੇ ਜਿਹੜੇ ਹੈਗੇ ਤੁਹਾਡੇ ਕੋਲ ਇਹਨਾਂ ਨੂੰ ਤੁਸੀਂ ਅਪਲਾਈ ਕਰਕੇ ਜ਼ਰੂਰ ਦੇਖਣਾ ਹੈ ਤੇ ਤੁਹਾਨੂੰ ਜਿਹੜੇ ਜਿੰਨੇ ਵੀ ਕੰਸੈਪਟ ਕਰਾਏ ਜਾ ਰਹੇ ਉਹਨਾਂ ਦੀ ਰਿਵੀਜ਼ਨ ਤੁਸੀਂ ਜ਼ਰੂਰ ਲਓਗੇ। ਹਾਂਜੀ ਤਾਂ ਹੁਣ ਜਿੰਨੇ ਵੀ ਆਪਾਂ ਟੌਪਿਕ ਕੀਤੇ ਇਹਨਾਂ ਤੋਂ ਇਲਾਵਾ ਤੁਹਾਡੇ ਕੋਲੇ ਕੁਝ ਕੁ ਟੌਪਿਕ ਇਹੋ ਜਿਹੇ ਹੁੰਦੇ ਆ ਜਿਨ੍ਹਾਂ ਜਿਹੜੇ ਕਿ ਆਪਾਂ ਟਿਪੀਕਲ ਟਾਈਪ ਦੇ ਵਿੱਚ ਲੈ ਲੈਣਾ ਬਿਕਾਜ਼ ਉਹਨਾਂ ਦੇ ਉੱਤੇ ਰੂਲਸ ਆ ਜਿਹੜੇ ਐਸਾ ਚ ਨਹੀਂ ਲੱਗਦੇ ਉਹਨਾਂ ਦੇ ਰੂਲਸ ਆਪਣੇ ਕੋਲ ਕਹਿ ਲਓ ਥੋੜੇ ਜਿਹੇ ਔਡ ਜਿਹੇ ਤਰੀਕੇ ਦੇ ਹੁੰਦੇ ਆ। ਹੁਣ ਦੇਖਦੇ ਆਪਾਂ ਕਿਹੋ ਜਿਹੇ ਵਰਡਸ ਹੁੰਦੇ ਆ ਕਿਹੋ ਜਿਹੇ ਸੈਂਟੈਂਸਸ ਹੁੰਦੇ ਆ। ਦੇਖੋ ਜੀ ਤਾਂ ਹੁਣ ਇਹ ਸੈਂਟੈਂਸਸ ਜਿਹਨਾਂ ਨੂੰ ਆਪਾਂ ਟਿਪੀਕਲ ਸੈਂਟੈਂਸਸ ਦਾ ਜਿਹੜਾ ਕਹਿ ਦਿੰਦੇ ਆ ਦੇਖੋ ਫਰਸਟ ਜਿਹੜਾ ਤੁਹਾਡੇ ਕੋਲ ਸੈਂਟੈਂਸ ਹੈ ਦਾ ਰੋਜ਼ ਸਮੈਲਸ ਸਵੀਟ ਦਾ ਰੋਜ਼ ਸਮੈਲਸ ਸਵੀਟ ਸੈਂਟੈਂਸ ਕੀ ਹੈ ਜੀ ਪ੍ਰੈਜ਼ੈਂਟ ਇੰਡੈਫੀਨਿਟ ਦੇ ਵਿੱਚ ਹੁਣ ਆਪਾਂ ਨੂੰ ਪਤਾ ਪ੍ਰੈਜ਼ੈਂਟ ਇੰਡੈਫੀਨਿਟ ਵਾਲਾ ਇਜ਼ ਐਮ ਆਰ ਵਰਬ ਦੀ ਥਰਡ ਫਾਰਮ ਆਬਜੈਕਟ ਆਪਾਂ ਜਿਹੜਾ ਬਾਈ ਆਬਜੈਕਟ ਹੈ ਜਿਹਦਾ ਆਪਾਂ ਯੂਜ਼ ਕਰ ਲੈਣਾ ਇੱਥੇ ਤੁਹਾਡੇ ਕੋਲ ਥੋੜਾ ਜਿਹਾ ਚੇਂਜ ਹੋਊਗਾ ਦਾ ਰੋਜ਼ ਸਮੈਲਸ ਸਵੀਟ ਤਾਂ ਹੁਣ ਆਪਣੇ ਕੋਲ ਆਬਜੈਕਟ ਤਾਂ ਹੈ ਹੀ ਨਹੀਂ ਤਾਂ ਹੁਣ ਇਹਨੂੰ ਕਿਵੇਂ ਕਰਾਂਗੇ ਆਪਾਂ ਆਬਜੈਕਟ ਜਿਹੜਾ ਆਪਣੇ ਕੋਲੇ ਦਾ ਰੋਜ਼ ਹੈ ਦਾ ਰੋਜ਼ ਕੀ ਰਿਹਾ ਹੁਣ ਇਹ ਕਿਸੇ ਪ੍ਰੈਜ਼ੈਂਟ ਇੰਡੈਫੀਨਿਟ ਦੇ ਵਿੱਚ ਸੀ ਪ੍ਰੈਜ਼ੈਂਟ ਇੰਡੈਫੀਨਿਟ ਹੈ। ਹਾਂਜੀ ਤਾਂ ਪ੍ਰੈਜ਼ੈਂਟ ਇੰਡੈਫੀਨਿਟ ਦੇ ਅਕੋਰਡਿੰਗ ਇਜ਼ ਐਮ ਆਰ ਦਾ ਯੂਜ਼ ਤੁਹਾਡਾ ਸੇਮ ਹੀ ਰਹੇਗਾ। ਦਾ ਰੋਜ਼ ਸਿੰਗੂਲਰ ਹੈ ਸੋ ਇਜ਼ ਦਾ ਯੂਜ਼ ਆ ਗਿਆ ਦੈਨ ਤੁਸੀਂ ਯੂਜ਼ ਕੀਤਾ ਜੀ ਸਵੀਟ ਦਾ ਰੋਜ਼ ਇਜ਼ ਸਵੀਟ। ਅੱਗੇ ਜਿਹੜੀ ਜਿਹੜੀ ਫਰੇਜ਼ ਆ ਤੁਸੀਂ ਉਹ ਕਰਨੀ ਹੁੰਦੀ ਹੈ ਐਡ ਵੈਨ ਇਟ ਇਜ਼ ਸਮੈਲਡ ਵੈਨ ਤੁਹਾਡਾ ਕੋਲੇ ਐਡ ਹੋਏਗਾ ਇਟ ਇਜ਼ ਤੁਹਾਡੇ ਕੋਲੇ ਕਿਹਦੇ ਲਈ ਯੂਜ਼ ਕੀਤਾ ਗਿਆ ਹੈ ਰੋਜ਼ ਦੇ ਲਈ। ਹੁਣ ਜੇ ਇੱਥੇ ਤੁਹਾਡੇ ਕੋਲੇ ਪਾਸਟ ਟੈਂਸ ਹੁੰਦਾ ਤਾਂ ਤੁਸੀਂ ਇਸ ਦੀ ਥਾਂ ਤੇ ਵਾਸ ਯੂਜ਼ ਕਰਨਾ ਸੀ ਦਾ ਰੋਜ਼ ਸਮੈਲਟ ਜਿਵੇਂ ਤੁਹਾਡੇ ਕੋਲੇ ਵਰਡ ਹੁੰਦਾ ਦਾ ਰੋਜ਼ ਸਮੈਲਟ ਸਵੀਟ ਤਾਂ ਤੁਸੀਂ ਕੀ ਬਣਾਉਣਾ ਸੀ ਦਾ ਰੋਜ਼ ਵਾਜ਼ ਸਵੀਟ ਵੈਨ ਇਟ ਵਾਜ਼ ਸਮੈਲਟ। ਹੁਣ ਇੱਥੇ ਤੁਹਾਡੇ ਕੋਲੇ ਪ੍ਰੈਜ਼ੈਂਟ ਇੰਡੈਫੀਨਿਟ ਦੇ ਵਿੱਚ ਹੈ ਸੋ ਤੁਸੀਂ ਇਸ ਦਾ ਯੂਜ਼ ਕੀਤਾ ਇੱਥੇ ਵੀ ਤੁਹਾਡੇ ਕੋਲੇ ਇਸ ਆਇਆ ਵਰਬ ਦੀ ਥਰਡ ਫਾਰਮ ਜਿਹੜੀ ਹੈਗੀ ਤੁਹਾਡੇ ਤੇ ਲਾਸਟ ਤੇ ਐਡ ਹੋਏਗੀ। ਸਟਰਕਚਰ ਹੈ ਜਿਹੜੀ ਤੁਸੀਂ ਇਸ ਤਰੀਕੇ ਨਾਲ ਵੀ ਐਡ ਕਰ ਸਕਦੇ ਹੋ ਜੋ ਜਿਹੜੀ ਹੈਗੀ ਨੋਟ ਕਰ ਸਕਦੇ ਹੋ ਕਿ ਇੱਥੇ ਤੁਸੀਂ ਜਿਹੜੀ ਆਪਣੇ ਕੋਲ ਐਡੀਸ਼ਨ ਕਰਨੀ ਹੁੰਦੀ ਹੈ ਵਰਬ ਜਿਹੜੀ ਹੈਗੀ ਤੁਸੀਂ ਹੈਲਪਿੰਗ ਵਰਬ ਦੇ ਅਕੋਰਡਿੰਗ ਲਾ ਰਹੇ ਹੋ ਉਹ ਤੁਹਾਡਾ ਟੈਂਸ ਦੱਸੇਗਾ ਸੈਂਟੈਂਸ ਦਾ। ਅੱਗੇ ਤੁਹਾਡੇ ਕੋਲ ਜਿਹੜਾ ਬੈਨ ਤੁਸੀਂ ਐਡ ਕਰਨਾ ਹੁੰਦਾ ਇਹ ਸਾਰਿਆਂ ਦੇ ਵਿੱਚ ਸੇਮ ਹੀ ਹੈ ਬੈਨ ਹੀ ਐਡ ਕੀਤਾ ਜਾਏਗਾ। ਅੱਗੇ ਤੁਸੀਂ ਇਟ ਦਾ ਯੂਜ਼ ਹੈ ਜਿਹੜਾ ਸਾਰਿਆਂ ਦੇ ਵਿੱਚ ਸੇਮ ਹੀ ਕਰਨਾ ਹੈ। ਇਸ ਹੈ ਜਿਹੜਾ ਤੁਹਾਡੇ ਕੋਲ ਕੀ ਹੋ ਜਾਂਦਾ ਹੈ ਅਕੋਰਡਿੰਗ ਟੂ ਤੁਹਾਡਾ ਸੈਂਟੈਂਸ ਜਿਹੜਾ ਐਕਟਿਵ ਫਾਰਮ ਦੇ ਵਿੱਚ ਹੈ ਪ੍ਰੈਜ਼ੈਂਟ ਹੈ ਜਾਂ ਪਾਸਟ ਹੈ ਉਹ ਚੀਜ਼ ਤੁਸੀਂ ਚੈੱਕ ਕਰੋਗੇ। ਸਮੈਟ ਤੁਹਾਡੇ ਕੋਲ ਵਰਬ ਦੀ ਥਰਡ ਫਾਰਮ ਹੈ ਜਿਹੜੀ ਤੁਸੀਂ ਲਾਸਟ ਤੇ ਯੂਜ਼ ਕਰਨੀ ਹੈ। ਆਈ ਹੋਪ ਤੁਹਾਨੂੰ ਕੁਐਸਚਨ ਟਾਈਪ ਸਮਝ ਆ ਗਈ। ਹਾਂਜੀ ਤਾਂ ਦੇਖੋ ਹੁਣ ਇਹਦੇ ਨਾਲ ਰਿਲੇਟਡ ਕੁਐਸਚਨ ਹੈ that medicine tasted too bitter ਹੁਣ ਇਹਨੂੰ ਜਿਹੜਾ ਤੁਸੀਂ ਬਣਾਉਣਾ ਜੀ ਇੱਕ ਵਾਰ ਟਰਾਈ ਕਰੋ ਤਾਂ ਤੁਹਾਨੂੰ ਇਹਦਾ ਆਨਸਰ ਹੈ ਜਿਹੜਾ ਆਪਾਂ ਬਣਾ ਕੇ ਦਿਖਾਉਣੇ ਆ ਕਿਸ ਤਰੀਕੇ ਨਾਲ ਜਿਹੜਾ ਇਹ ਟ੍ਰਾਂਸਲੇਟ ਹੋਏਗਾ ਐਕਟਿਵ ਟੂ ਪੈਸਿਵ ਫਾਰਮ ਹੈ ਜਿਹੜਾ ਆਪਾਂ ਬਣਾਵਾਂ।
ਹਾਂਜੀ, ਤਾਂ ਤੁਸੀਂ ਕੀਤਾ ਟਰਾਈ, ਦੇਖਦੇ ਹਾਂ ਹੁਣ ਇਹਦਾ ਆਂਸਰ ਕੀ ਆਏਗਾ। ਸਭ ਤੋਂ ਪਹਿਲਾਂ ਤੁਹਾਨੂੰ ਦੱਸਿਆ ਕਿ ਸੈਂਟੈਂਸ ਦੇ ਵਿੱਚ ਸਬਜੈਕਟ ਜੋ ਹੁੰਦਾ, ਹੁਣ ਇਹਦੇ ਵਿੱਚ ਸਬਜੈਕਟ ਆਬਜੈਕਟ ਨਹੀਂ ਹੁੰਦਾ, ਸੋ ਇੱਥੇ ਆਪਾਂ ਜਿਹੜਾ ਹੈਗਾ ਸਟਾਰਟ ਕਰ ਦਿੰਦੇ ਹਾਂ ਜਿਹਦੇ ਨਾਲ ਆਪਣਾ ਸੈਂਟੈਂਸ ਸਟਾਰਟ ਹੋਇਆ। ਸੋ ਦੈਟ ਮੈਡੀਸਨ ਦੇ ਨਾਲ ਸੈਂਟੈਂਸ ਸਟਾਰਟ ਹੋਇਆ, ਆਪਾਂ ਦੈਟ ਮੈਡੀਸਨ ਹੀ ਹੈ ਜਿਹੜਾ ਅੱਗੇ ਲਿਖ ਦਾਂਗੇ, ਦੈਟ ਮੈਡੀਸਨ। ਹੁਣ ਅੱਗੇ ਚੈੱਕ ਕਰੋਗੇ ਤੁਸੀਂ ਵੀ verb ਕਿਹੜੀ ਹੈਗੀ, ਹੈਲਪਿੰਗ verb, ਹੁਣ ਇਹ ਟੇਸਟਡ ਹੈ verb ਦੀ ਸੈਕੰਡ ਫਾਰਮ। ਅੱਗੇ ਤੁਹਾਡਾ ਆਬਜੈਕਟ ਵਾਲਾ ਫਾਰਮ ਤੁਸੀਂ ਕਹਿ ਸਕਦੇ ਹੋ। ਹੁਣ ਦੇਖੋ verb ਦੀ ਸੈਕੰਡ ਫਾਰਮ ਇਟ ਮੀਨਸ ਬਾਅਦ ਵਰਡ ਯੂਜ਼ ਹੋਏਗਾ। ਸੋ ਦੈਟ ਮੈਡੀਸਨ ਸਿੰਗੂਲਰ ਹੈ, ਤੁਸੀਂ ਯੂਜ਼ ਕੀਤਾ ਜੀ was, ਦੈਨ ਤੁਸੀਂ ਯੂਜ਼ ਕਰੋਗੇ ਬਿਟਰ ਦਾ, ਜਿਵੇਂ ਆਪਾਂ ਉਧਰ ਸਵੀਟ ਕੀਤਾ ਸੀ, ਹੁਣ ਇੱਥੇ ਬਿਟਰ ਲਿਖਿਆ ਹੋਇਆ ਤਾਂ ਬਿਟਰ, ਦੈਟ ਮੈਡੀਸਨ was ਬਿਟਰ। ਅੱਗੇ ਤੁਹਾਡੇ ਕੋਲ ਜਿਹੜਾ ਐਡ ਹੋਏਗਾ ਬੈਨ ਵਾਲਾ ਫਰੇਜ਼, ਬੈਨ। ਅੱਗੇ ਤੁਹਾਨੂੰ ਦੱਸਿਆ ਕਿ ਇਟ ਯੂਜ਼ ਕੀਤਾ ਜਾਏਗਾ। ਹੁਣ ਇਟ ਤੋਂ ਬਾਅਦ ਕੀ ਆਏਗਾ, ਇਸ was, ਕਿਹੜਾ ਵਰਡ ਯੂਜ਼ ਕਰੇਂਗੇ ਤੁਸੀਂ, ਜਿਹੜਾ ਤੁਸੀਂ ਇੱਧਰ ਯੂਜ਼ ਕੀਤਾ, ਇਟ ਦੇ ਨਾਲ ਕੀ ਆਏਗਾ was, ਇਟ was। ਅੱਗੇ ਤੁਹਾਡੇ ਕੋਲ ਦੇਖੋ ਜੀ tasted, verb ਦੀ ਥਰਡ ਫਾਰਮ ਟੇਸਟ, ਟੇਸਟਡ, ਟੇਸਟਡ। ਤਾਂ ਇਹ ਹੈ ਜੀ ਤੁਹਾਡੇ ਕੋਲੇ ਸੈਂਟੈਂਸ, that medicine was bitter when it was tasted, that medicine was bitter when it was tasted। I hope ਤੁਹਾਨੂੰ ਕਲੀਅਰ ਹੋ ਗਿਆ ਹੋਵੇਗਾ। ਤਾਂ ਇਸ ਟਾਈਪ ਦੇ ਕੁਐਸਚਨ ਜਿਹੜੇ ਤੁਸੀਂ ਐਵੇਂ ਸੋਲਵ ਕਰਨੇ ਆ, ਜਿਹੜੀ ਹੈਗੇ ਤੁਹਾਡੇ ਕੋਲੇ ਸੇਮ ਰੂਲ ਹੈ ਜਿਹੜਾ ਆਪਣੇ ਅਕੋਰਡਿੰਗ ਨੋਟ ਕਰ ਲਓਗੇ ਕਿ ਬਾਅਦ ਵਰ ਇਸ ਐਂਡ ਆਰ ਦਾ ਯੂਜ਼ ਸੈਂਟੈਂਸ ਅਕੋਰਡਿੰਗ ਹੁੰਦਾ ਹੈ, ਵੈਨ ਯੂਜ਼ ਕੀਤਾ ਜਾਂਦਾ ਹੈ, ਇਟ ਯੂਜ਼ ਕੀਤਾ ਜਾਂਦਾ ਹੈ, ਤੇ ਬਾਕੀ ਤੁਹਾਡੇ ਕੋਲੇ verb ਦੀ ਥਰਡ ਫਾਰਮ ਲਾਸਟ ਤੇ ਤੁਸੀਂ ਯੂਜ਼ ਕਰ ਲਓਗੇ, ਜੋ ਕਿ ਤੁਸੀਂ ਜਿਹੜੀ ਨੋਟ ਕਰ ਲਓਗੇ। ਹਾਂਜੀ, ਤਾਂ ਇੱਕ ਜਿਹੜੇ ਤੁਹਾਡੇ ਕੋਲੇ ਨੈਕਸਟ ਜਿਹੜੀ ਆਪਣੇ ਕੋਲ ਸਟਰਕਚਰ ਆ ਜਾਂਦੀ ਹੈ ਜਦੋਂ ਤੁਹਾਡੇ ਕੋਲੇ ਸਬਜੈਕਟ ਕਲੀਅਰ ਨਹੀਂ ਹੁੰਦਾ, ਮਤਲਬ ਜਿਵੇਂ ਆਪਾਂ ਬੰਨ ਕਹਿ ਦਿੰਦੇ ਹਾਂ, ਸਾਂਬਨ ਕਹਿ ਦਿੰਦੇ ਹਾਂ, ਨਨ ਹੋ ਗਿਆ ਤੁਹਾਡੇ ਕੋਲੇ, ਐਨੀਵਨ ਹੋ ਗਿਆ। ਹੁਣ ਆਪਾਂ ਨੂੰ ਪਤਾ ਤਾਂ ਨਹੀਂ ਹੈਗਾ ਵੀ ਬੰਨ ਕਿਹਦੇ ਵਾਸਤੇ ਯੂਜ਼ ਕੀਤਾ, ਸਾਂਬਨ ਕਿਹਦੇ ਵਾਸਤੇ ਯੂਜ਼ ਕੀਤਾ, ਐਨੀਵਨ ਕਿਹਨੂੰ ਕਿਹਾ ਜਾ ਰਿਹਾ। ਸੋ ਉੱਥੇ ਤੁਹਾਡੇ ਕੋਲੇ ਜਿਹੜਾ ਕਹਿ ਦਿੰਦੇ ਆਪਾਂ ਸਬਜੈਕਟ ਕਲੀਅਰ ਨਹੀਂ ਹੈ, ਜਿੱਥੇ ਸਬਜੈਕਟ ਕਲੀਅਰ ਨਹੀਂ ਹੁੰਦਾ ਉੱਥੇ ਆਪਾਂ ਕੀ ਕਰਦੇ ਹਾਂ, ਬਾਏ ਤੋਂ ਬਾਅਦ ਵਾਲੀ ਫਰੇਜ਼ ਆ ਕਿਉਂਕਿ ਉਹ ਲਿਖਦੇ ਹੀ ਨਹੀਂ ਹੈਗੇ, ਬਾਏ ਵਾਲਾ ਜਿਹੜਾ ਫਰੇਜ਼ ਆਪਾਂ ਸਿੰਪਲੀ ਰਿਮੂਵ ਕਰ ਸਕਦੇ ਹਾਂ। ਜਿਵੇਂ ਤੁਹਾਨੂੰ ਐਗਜ਼ਾਮਪਲਸ ਦਿੱਤੀਆਂ, ਫਰਸਟ ਹੈ ਬੰਨ ਸ਼ੁੱਡ ਡੂ ਬੰਸ ਡਿਊਟੀ। ਹੁਣ ਇੱਥੇ ਆਪਾਂ ਨੂੰ ਯੂਜ਼ ਕੀਤਾ ਗਿਆ ਸਬਜੈਕਟ ਬੰਨ, ਬੰਨ ਕੀ ਹੁੰਦਾ ਆਪਣੇ ਕੋਲ, ਹੁਣ ਕਿਹਨੂੰ ਬੰਨ ਕਿਹਾ ਜਾਂਦਾ, ਬੰਨ ਸ਼ੁੱਡ ਡੂ ਬੰਸ ਡਿਊਟੀ, ਆਪਾਂ ਨੂੰ ਆਪਣੀ ਡਿਊਟੀ ਹੈ ਜਿਹੜੀ ਕਰਨੀ ਚਾਹੀਦੀ ਹੈ, ਇਹ ਵਾਲੀ ਚੀਜ਼ ਕਹੀ ਜਾਂਦੀ ਹੈ। ਹੁਣ ਆਪਾਂ ਦੇ ਵਿੱਚ ਕੌਣ ਕੌਣ ਆਉਂਦਾ, ਇਹ ਚੀਜ਼ ਆਪਾਂ ਨੂੰ ਕਲੀਅਰ ਨਹੀਂ ਹੈ। ਸੋ ਅਨਕਲੀਅਰ ਸਬਜੈਕਟ ਹੋਵੇ ਤਾਂ ਤੁਸੀਂ ਜਿਹੜਾ ਬਾਏ ਵਾਲੀ ਫਰੇਜ਼ ਨੂੰ ਰਿਮੂਵ ਕਰ ਸਕਦੇ ਹੋ। ਸਭ ਤੋਂ ਪਹਿਲਾਂ ਤਾਂ ਸਬਜੈਕਟ ਆਬਜੈਕਟ ਉਹ ਵਾਲੀ ਚੀਜ਼ ਦੇਖਾਂਗੇ, ਬੰਸ ਡਿਊਟੀ ਹੈ ਜਿਹੜਾ ਆਪਾਂ ਸਿੰਪਲ ਕੀ ਲਿਖਾਂਗੇ, ਬੰਸ ਵਰਡ ਆਪਾਂ ਯੂਜ਼ ਨਹੀਂ ਕਰਾਂਗੇ ਬਿਕੋਜ਼ ਇਹ ਤਾਂ ਅਨਕਲੀਅਰ ਹੈ, ਆਪਾਂ ਡਿਊਟੀ ਤੋਂ ਸਟਾਰਟ ਹੁੰਦਾ ਡਿਊਟੀ। ਅੱਗੇ ਤੁਹਾਨੂੰ ਦੱਸਿਆ ਗਿਆ ਕਿ ਸ਼ੁੱਡ ਵਰਡ ਆ ਗਿਆ, ਸ਼ੁੱਡ ਤੁਹਾਡੇ ਕੋਲ ਸ਼ੁੱਡ ਹੀ ਰਹੇਗਾ, ਜਿਵੇਂ ਸ਼ੈਲ ਸ਼ੁੱਡ ਤੁਹਾਨੂੰ ਕਰਵਾਇਆ ਹੋਇਆ, ਨਾਲ ਤੁਹਾਡੇ ਕੋਲ ਬੀ ਯੂਜ਼ ਕੀਤੀ ਜਾਂਦੀ ਹੈ verb ਦੀ ਥਰਡ ਫਾਰਮ, ਡੂ ਡਿਡ ਡਨ। ਹੁਣ ਇਹ ਕੀ ਬਣ ਜਾਏਗਾ ਸਿੰਪਲ ਡਿਊਟੀ ਸ਼ੁੱਡ ਬੀ ਡਨ। ਬਾਏ ਬਨ ਜਿਹੜਾ ਹੈਗਾ ਤੁਹਾਨੂੰ ਲਿਖਣ ਦੀ ਲੋੜ ਨਹੀਂ ਹੈ। ਜਾਂ ਹੁਣ ਕਈ ਵਾਰ ਇਹ ਸੈਂਟੈਂਸ ਨੂੰ ਐਵੇਂ ਵੀ ਬਣਾਇਆ ਜਾਂਦਾ, ਬੰਸ ਡਿਊਟੀ ਸ਼ੁੱਡ ਬੀ ਡਨ ਬਾਏ ਬਨ। ਹਾਂ ਉਹ ਵੀ ਸਹੀ ਹੈ, ਬਟ ਤੁਹਾਡੇ ਕੋਲੇ ਜਿਹੜੀ ਪ੍ਰੈਫਰੈਂਸ ਹੈ ਇਹ ਵਾਲਾ ਸੈਂਟੈਂਸ ਤੁਹਾਡੇ ਕੋਲੇ ਜ਼ਿਆਦਾ ਜਿਹੜਾ ਹੈ ਪ੍ਰੈਫਰ ਕੀਤਾ ਜਾਂਦਾ ਹੈ। ਜਿੱਥੇ ਸਬਜੈਕਟ ਅਨਕਲੀਅਰ ਹੋਵੇ ਉੱਥੇ ਬਾਏ ਵਾਲਾ ਜਿਹੜਾ ਹੈਗਾ ਪੋਰਸ਼ਨ ਤੁਹਾਡਾ ਰਿਮੂਵ ਕਰ ਦਿੱਤਾ ਜਾਂਦਾ ਹੈ। ਸੈਕਿੰਡ ਜਿੱਥੇ ਜਿਹੜਾ ਅਨਕਲੀਅਰ ਸਬਜੈਕਟ ਨੂੰ ਜਿਹੜਾ ਹੈਗਾ ਉਹ ਰਿਮੂਵ ਕਰ ਸਕਦੇ। ਇਹ ਚੀਜ਼ ਅਸੀਂ ਜਿਹੜੀ ਤੁਸੀਂ ਨੋਟ ਕਰਨਗੇ। ਸੈਕਿੰਡ ਕੁਐਸਚਨ ਦੇਖੋ ਜੀ, ਅਗੇਨ ਕਲੀਅਰ ਹੋ ਜਾਏਗਾ। ਸਾਂਬਨ ਹੈਜ਼ ਕੈਪਟ ਹਿਸ ਪਾਕਟ, ਸਾਂਬਨ ਅਗੇਨ ਸਾਂਬਨ ਕਿ ਕੌਣ ਸਾਂਬਨ ਹੈ, ਕਿਹਦੀ ਗੱਲ ਕੀਤੀ ਜਾ ਰਹੀ ਹੈ, ਇਹ ਚੀਜ਼ ਆਪਾਂ ਨੂੰ ਕਲੀਅਰ ਨਹੀਂ ਹੈ। तो ये ਤੁਹਾਡੇ ਕੋਲ ਕੀ ਹੋ ਜਾਏਗੀ ਬਾਈ ਵਾਲੀ ਫਰੇਜ਼ ਤੁਸੀਂ ਰਿਮੂਵ ਕਰੋਗੇ। ਅੱਗੇ ਦੇਖੋ ਆਬਜੈਕਟ ਕੀ ਹੈ, ਹਿਸ ਪਾਕਟ हैज है तो हैज बीन बन जाएगा। verb ਦੀ ਥਰਡ ਫਾਰਮ ਪਿਕ ਪਿਕਡ 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 ਹੀ ਹੁੰਦੀ ਹੈ। ਬਾय ਸੰਬੰਧ ਲਿਖਣ ਦੀ ਲੋੜ ਨਹੀਂ ਹੈ, ਇੱਥੋਂ ਆਪਾਂ ਕੀ ਕਰਦੇ ਹਾਂ ਉਸ ਨੂੰ ਰਿਮੂਵ ਕਰਤੀ ਬਿਕਾਜ਼ ਸਬਜੈਕਟ ਹੀ ਸੀ ਆਪਣਾ ਅਨਕਲੀਅਰ ਸੀ। ਆਈ ਹੋਪ ਤੁਹਾਨੂੰ ਕਨਸੈਪਟ ਕਲੀਅਰ ਆ ਗਿਆ। ਹਾਂਜੀ ਨਾ ਅੱਗੇ ਦੇਖੋ ਜੀ ਕੁਐਸਚਨ ਹੈ ਇਸ ਟਾਈਪ ਨਾਲ ਰਿਲੇਟਡ, ਇੱਕ ਵਾਰ ਕਰੋਗੇ ਸੋਲਵ ਦੈਨ ਤੁਹਾਨੂੰ ਇਹਦਾ ਆਨਸਰ ਹੈ ਜਿਹੜਾ ਆਪਾਂ ਕਰਵਾਵਾਂਗੇ। ਦੇਖੋ वन मस्ट कीप वंस प्रॉमिस, ये अपना सेम ही आ गया वन शुड डू वंस ड्यूटी। ਹੁਣ ਦੇਖਦੇ ਹਾਂ ਤੁਸੀਂ ਜਿਹੜਾ ਆਨਸਰ ਕੀ ਮਾਰਕ ਕਰਦੇ ਹੋ, ਆਪਣੇ ਆਨਸਰ ਜ਼ਰੂਰ ਚੈੱਕ ਕਰਨੇ ਆ ਤੇ ਜ਼ਰੂਰ ਦੱਸਣਾ ਹੈ ਕਿ ਤੁਹਾਨੂੰ ਕਲਾਸ ਕਿਵੇਂ ਲੱਗੀ ਹੈ, ਕੀ ਤੁਹਾਨੂੰ ਜਿਹੜੇ ਕਨਸੈਪਟ ਕਰਵਾਏ ਗਏ ਉਹ ਸਮਝ ਆਏ ਹੈ। ਜੇ ਕਿਸੇ ਵੀ ਕਨਸੈਪਟ ਵਿੱਚ ਤੁਹਾਨੂੰ ਕੋਈ ਡਾਊਟ ਹੋਇਆ ਤਾਂ ਤੁਸੀਂ ਜਿਹੜਾ ਆਪਣਾ ਡਾਊਟ ਪੋਸਟ ਜ਼ਰੂਰ ਕਰ ਸਕਦੇ ਹੋ, ਕਮੈਂਟ ਬਾਕਸ ਤੁਹਾਡੇ ਲਈ ਹਮੇਸ਼ਾ ਲਈ ਓਪਨ ਹੈ। ਬਾਕੀ ਜਿਹੜਾ ਹੈਗਾ ਤੁਹਾਡਾ ਕੋਈ ਵੀ ਡਾਊਟ ਹੁੰਦਾ ਤਾਂ ਤੁਹਾਨੂੰ ਉਹਦਾ ਰਿਪਲਾਈ ਹੈ ਜਿਹੜਾ ਉਹ ਦਿੱਤਾ ਜਾਏਗਾ। ਹਾਂਜੀ ਤਾਂ ਕੁਐਸਚਨ ਹੈ ਜੀ ਤੁਹਾਡਾ ਵਨ ਮਸਟ ਕੀ ਕੋ ਵਨ ਪ੍ਰੋਮਿਸ। ਹੁਣ ਆਪਾਂ ਜਿਹੜੇ ਉੱਪਰ ਟੌਪਿਕ ਕੀਤਾ ਕਿ ਜਦੋਂ ਤੁਹਾਡੇ ਕੋਲੇ ਸਬਜੈਕਟ ਅਨਕਲੀਅਰ ਹੁੰਦਾ ਤਾਂ ਤੁਸੀਂ ਸੈਂਟੈਂਸ ਨੂੰ ਐਕਟਿਵ ਤੋਂ ਪੈਸਿਵ ਕਿਵੇਂ ਬਣਾਉਣਾ, ਉਹਦੇ ਨਾਲ ਰਿਲੇਟਡ ਤੁਹਾਡਾ ਕੁਐਸਚਨ ਹੈ। ਹਾਂਜੀ ਦੇਖੋ ਇਹਦਾ ਆਨਸਰ ਕੀ ਹੋਏਗਾ, ਵਨ ਮਸਟ ਕੀਪ ਵਨਸ ਪ੍ਰੋਮਿਸ। ਤਾਂ ਤੁਹਾਨੂੰ ਦੱਸਿਆ ਕਿ ਵਨ, ਹੁਣ ਇਹ ਚੀਜ਼ ਕਲੀਅਰ ਨਹੀਂ ਹੈ ਕਿਹਦੀ ਗੱਲ ਕੀਤੀ ਜਾ ਰਹੀ ਹੈ, ਵਨ ਮਸਟ ਕੀਪ ਵਨਸ ਪ੍ਰੋਮਿਸ, ਸਾਨੂੰ ਆਪਣਾ ਪ੍ਰੋਮਿਸ ਹੈ ਜਿਹੜਾ ਉਹ ਰੱਖਣਾ ਚਾਹੀਦਾ ਹੈ। ਤਾਂ ਇਹ ਵਾਲੀ ਚੀਜ਼ ਸਾਨੂੰ ਦੇ ਵਿੱਚ ਕੌਣ ਕੌਣ ਆ ਰਿਹਾ, ਇਹ ਵਾਲੀ ਚੀਜ਼ ਆਪਾਂ ਨੂੰ ਕਲੀਅਰ ਨਹੀਂ ਹੈ, ਤਾਂ ਆਪਾਂ ਜਿਹੜੇ ਹੈਗੇ ਇਹਨਾਂ ਨੂੰ ਰਿਮੂਵ ਕਰਾਂਗੇ ਤਾਂ ਸਿੰਪਲ ਸੈਂਟੈਂਸ ਕੀ ਬਣ ਜਾਏਗਾ, ਪ੍ਰੋਮਿਸ ਮਸਟ। ਹੁਣ ਤੁਹਾਨੂੰ ਦੱਸਿਆ ਕਿ ਇਹ ਜਿਹੇ ਵਰਡ ਦੇ ਨਾਲ ਤੁਹਾਡੇ ਕੋਲ ਕਿਹਾ ਜਾਂਦਾ ਹੈ ਬੀ ਯੂਜ਼ ਕੀਤਾ ਜਾਂਦਾ ਹੈ, ਕੈਨ ਕੁਡ ਮੇ ਮਾਈਟ ਸ਼ੁੱਡ ਸ਼ੈਲ ਹਨਾ, ਇਹਨਾਂ ਦੇ ਨਾਲ ਬੀ ਵਰਡ ਜਿਹੜਾ ਹੈ ਆਪਣੇ ਕੋਲ ਬੀ ਫਾਰਮ ਜਿਹੜੀ ਯੂਜ਼ ਕੀਤੀ ਜਾਂਦੀ ਹੈ। ਵੈਨ ਵਰਬ ਦੀ ਥਰਡ ਫਾਰਮ ਫੀਲ ਦਾ ਕੀ ਬਣ ਜਾਏਗਾ, ਕੈਪਟ। ਬਾਏ वन है ਜਿਹੜਾ ਲਿਖਣ ਦੀ ਆਪਾਂ ਨੂੰ ਜ਼ਰੂਰਤ ਨਹੀਂ ਹੈ, ਸੈਂਟੈਂਸ ਸਿੰਪਲ ਇੱਥੇ ਹੀ ਆਪਣਾ ਕੰਪਲੀਟ ਹੈ। ਪ੍ਰੋਮਿਸ ਮਸਟ ਬੀ ਕੈਪਟ, ਪ੍ਰੋਮਿਸ ਮਸਟ ਬੀ ਕੈਪਟ। ਆਈ ਹੋਪ ਤੁਹਾਨੂੰ ਕਲੀਅਰ ਹੋ ਗਿਆ ਹੋਵੇਗਾ ਤੇ ਟਾਈਪ ਹੈ ਜਿਹੜੀ ਸਮਝ ਆ ਗਈ ਹੋਏਗੀ। ਜਿੱਥੇ ਸਬਜੈਕਟ ਅਨਕਲੀਅਰ ਹੈ ਤਾਂ ਉੱਥੇ ਆਪਾਂ ਨੂੰ ਸਬਜੈਕਟ ਵਗੈਰਾ ਲਿਖਣ ਦੀ ਲੋੜ ਨਹੀਂ ਹੁੰਦੀ, ਬਾਏ ਵਾਲੀ ਫਰੇਜ਼ ਆਪਾਂ ਸਿੰਪਲੀ ਰਿਮੂਵ ਕਰ ਸਕਦੇ ਹਾਂ।
ਤਾਂ ਹੁਣ ਇਹ ਜਿਹੜੀ ਤੁਹਾਨੂੰ ਪਤਾ ਲੱਗ ਗਈ ਹੋਏਗੀ, ਜਿਵੇਂ ਹੁਣ ਕਈ ਵਾਰ ਤੁਹਾਡੇ ਕੋਲ ਪੈਸਿਵ ਫਾਰਮ ਤੋਂ ਐਕਟਿਵ ਬਣਾਉਣ ਦੇ ਲਈ ਕਿਹਾ ਹੁੰਦਾ ਹੈ, ਉੱਥੇ ਤੁਹਾਡੇ ਕੋਲ ਆਬਜੈਕਟ ਨਹੀਂ ਹੁੰਦਾ ਹੈਗਾ, ਜਿਹੜਾ ਤੁਸੀਂ ਆਪਣੇ ਕੋਲੋਂ ਐਡ ਕਰਦੇ ਹੋ ਤਾਂ ਉਹ ਇਸ ਟਾਈਪ ਦੇ ਕੁਐਸਚਨ ਹੀ ਹੁੰਦੇ ਆ। ਉੱਥੇ ਤੁਹਾਨੂੰ ਸਬਜੈਕਟ ਕਲੀਅਰ ਹੁੰਦਾ ਹੈ ਕਿ ਵੀ ਸਬਜੈਕਟ ਕੀ ਹੋਏਗਾ ਤੁਹਾਡਾ, ਅਨਕਲੀਅਰ ਹੋਏਗਾ। ਇਸੇ ਕਰਕੇ ਜਿਹੜਾ ਉਹ ਬਾਈ ਵਾਲੀ ਫੇਜ਼ ਨੂੰ ਰਿਮੂਵ ਹੀ ਕਰ ਦਿੰਦੇ। ਸੈਕੰਡ, ਜੇ ਤੁਹਾਡੇ ਕੋਲ ਕੋਈ ਇਹੋ ਜਿਹੀ ਚੀਜ਼ ਦੀ ਗੱਲ ਕੀਤੀ ਜਾ ਰਹੀ ਹੈ ਜਿਹੜੀ ਕਿ ਉਹਦੇ ਕੰਮ ਦੇ ਲਈ ਹੀ ਯੂਜ਼ ਕੀਤੀ ਜਾਂਦੀ ਹੈ, ਜਿਵੇਂ ਪੁਲਿਸ ਦਾ ਕੰਮ ਕੀ ਹੈ, ਕਿਸੇ ਨੂੰ ਅਰੈਸਟ ਕਰਨਾ, ਤਾਂ ਜਿਵੇਂ ਦਾ ਪੁਲਿਸ ਅਰੈਸਟਡ ਦਾ ਥੀਫ, ਹੁਣ ਇਹ ਵਾਲਾ ਸੈਂਟੈਂਸ ਬਣ ਗਿਆ। ਤਾਂ ਤੁਸੀਂ ਕੀ ਕਰੋਗੇ, ਥੀਫ ਵਾਸ ਅਰੈਸਟਡ, ਸਿੰਪਲ ਤੁਸੀਂ ਆ ਜਿਹੜਾ ਇਹਨੂੰ ਬਣਾ ਦੋਗੇ, ਤਾਂ ਦ ਥੀਫ ਵਾਸ ਅਰੈਸਟਡ ਬਾਈ ਦਾ ਪੁਲਿਸ ਲਿਖਣ ਦੀ ਲੋੜ ਨਹੀਂ ਹੁੰਦੀ। ਸੋ ਇਹ ਵੀ ਹੈ ਜਿਹੜਾ ਤੁਸੀਂ ਟਾਈਪ ਹੈ ਜਿਹੜੀ ਆਪਣੀ ਨੋਟ ਕਰ ਸਕਦੇ ਹੋ। ਹਾਂਜੀ, ਤਾਂ ਲਾਸਟ ਜਿਹੜੀ ਆਪਣੀ ਅੱਜ ਦੀ ਟਾਈਪ ਰਹਿ ਜਾਂਦੀ ਹੈ, ਜਿਹਦੇ ਨਾਲ ਆਪਣਾ ਬਹੁਤ ਦਾ ਟੌਪਿਕ ਆਪਾਂ ਕਰਾਂਗੇ ਜੀ ਬਾਈਟ ਅਪ। ਸਭ ਤੋਂ ਪਹਿਲਾਂ ਜਿਹੜਾ ਆਪਣੇ ਕੋਲੇ ਦੇਖ ਲਓ ਟਾਈਪ ਕਿਹੜੀ ਹੈ, ਕਿ ਜੇ ਤੁਹਾਡੇ ਕੋਲੇ ਟੂ ਵਰਬ ਦੀ ਫਰਸਟ ਫਾਰਮ ਯੂਜ਼ ਕੀਤੀ ਹੋਈ ਹੈ, ਮਤਲਬ ਟੂ ਇਨਫਿਨਿਟਿਵ ਦਾ ਯੂਜ਼ ਕੀਤਾ ਹੋਇਆ ਸੈਂਟੈਂਸ ਦੇ ਵਿੱਚ, ਤਾਂ ਉਹਨੂੰ ਤੁਸੀਂ ਕਿਵੇਂ ਟ੍ਰਾਂਸਲੇਟ ਕਰੋਗੇ ਪੈਸਿਵ ਫਾਰਮ ਦੇ ਵਿੱਚ, ਤਾਂ ਟੂ ਦੇ ਨਾਲ ਬੀ ਵਰਬ ਦੀ ਥਰਡ ਫਾਰਮ ਹੈ ਜਿਹੜੀ ਤੁਸੀਂ ਐਡ ਕਰ ਦੋਗੇ, ਬਸ ਇੰਨੀ ਕਿ ਜਿਹੜੀ ਚੀਜ਼ ਹੈ ਤੁਸੀਂ ਧਿਆਨ ਚ ਰੱਖੋਗੇ। ਟੂ ਵਰਬ ਦੀ ਫਰਸਟ ਫਾਰਮ ਨੂੰ ਤੁਸੀਂ ਕੀ ਬਣਾ ਦੋਗੇ, ਟੂ ਵੀ ਵਰਬ ਦੀ ਥਰਡ ਫਾਰਮ। ਜਿਵੇਂ ਤੁਹਾਡੇ ਕੋਲ ਐਗਜ਼ਾਮਪਲ ਹੈ, ਫਰਸਟ ਐਗਜ਼ਾਮਪਲ ਦੇਖੋ, ਹੀ ਹੈਵ ਟੂ ਪੇ ਦਾ ਫਾਈਨ। ਟੂ ਪੇ ਵਰਡ ਯੂਜ਼ ਕੀਤਾ ਨਾ, ਟੂ ਪੇ, ਹੈਜ਼ ਦੇ ਨਾਲ ਵੈਸੇ ਬੇਸਿਕਲੀ ਦੇਖਿਆ ਜਾਵੇ ਹੀ ਹੈਜ਼ ਪੇਡ ਦਾ ਫਾਈਨ ਜਿਵੇਂ ਇਹ ਹੁੰਦਾ, ਫਿਰ ਤਾਂ ਉਹ ਆਪਣੇ ਕੋਲੇ ਪਾਸਟ ਪਰਫੈਕਟ ਬਣ ਜਾਣਾ ਸੀ, ਤੇ ਤੁਸੀਂ ਪਾਸਟ ਪਰਫੈਕਟ ਨੂੰ ਕੀ ਬਣਾ ਦੇਣਾ ਸੀ, ਅਕੋਰਡਿੰਗਲੀ ਆਪਣੇ ਜਿਵੇਂ ਆਪਾਂ ਟ੍ਰਾਂਸਲੇਟ ਕੀਤਾ ਹੈਜ਼ ਬੀਨ ਵਰਬ ਦੀ ਥਰਡ ਫਾਰਮ ਹੈ। ਬਟ ਇੱਥੇ ਤੁਹਾਡੇ ਕੋਲੇ ਕੀ ਆ ਗਿਆ, ਹੈਜ਼ ਟੂ ਪੇ, ਟੂ ਦੇ ਨਾਲ ਵਰਬ ਦੀ ਬੇਸ ਫਾਰਮ ਕੀਤੀ ਹੈ, ਇਟ ਮੀਨਸ ਇਹ ਕਿਹੜੀ ਟਾਈਪ ਆ ਗਈ ਆਪਣੀ, ਇਹ ਵਾਲੀ ਟਾਈਪ ਆ ਗਈ। ਤਾਂ ਆਪਾਂ ਕਿਵੇਂ ਬਣਾਵਾਂਗੇ, ਟੂ ਵੀ ਪੇਡ ਆ ਜਿਹੜਾ ਆਪਾਂ ਐਡ ਕਰਦਾ, ਦਾ ਫਾਈਨ, ਸਬਜੈਕਟ ਆਬਜੈਕਟ ਆਬਜੈਕਟ ਸਬਜੈਕਟ ਉਸੇ ਤਰੀਕੇ ਨਾਲ ਬਣੇਗਾ। ਆਬਜੈਕਟ ਤੁਹਾਡਾ ਸੀਗਾ ਦਾ ਫਾਈਨ, ਉਹ ਬਣ ਜਾਏਗਾ ਸਬਜੈਕਟ। ਹੈਜ਼ ਤੁਹਾਡਾ ਸੇਮ ਆ ਗਿਆ, ਟੂ ਬੀ ਪੇਡ ਬਾਈ ਹਿਮ, ਅੱਗੇ ਤੁਸੀਂ ਇਹ ਜਿਹੜਾ ਐਡ ਕਰ ਸਕਦੇ ਹੋ। ਇਹ ਅਸੀਂ ਤੁਹਾਡੇ ਕੋਲ ਫਰਸਟ ਕੁਐਸਚਨ। ਸੈਕੰਡ ਕੁਐਸਚਨ ਦੇਖੋ, ਸ਼ੀ ਯੂਜ਼ ਟੂ ਡਿਲੀਵਰ ਅ ਸਪੀਚ, ਤਾਂ ਹੁਣ ਅ ਸਪੀਚ ਹੈ ਜਿਹੜਾ ਤੁਹਾਡਾ ਇੱਥੇ ਆਬਜੈਕਟ ਹੈ, ਟੂ ਡਿਲੀਵਰ ਤੁਹਾਡੀ ਬੇਸ ਫਾਰਮ ਪਲੱਸ ਵਰਬ ਦੀ ਫਰਸਟ ਫਾਰਮ ਹੈ, ਸ਼ੀ ਤੁਹਾਡੇ ਕੋਲ ਕੀ ਸਬਜੈਕਟ ਹੈ, ਇਹ ਤੁਹਾਡੀ ਹੈਲਪਿੰਗ ਵਰਬ ਹੈ। ਸ਼ੀ ਯੂਜ਼ ਟੂ ਡਿਲੀਵਰ ਅ ਸਪੀਚ, ਤਾਂ ਹੁਣ ਇਹ ਕਿਵੇਂ ਬਣ ਜਾਏਗਾ, ਅ ਸਪੀਚ, her speech is to be delivered, to be verb ਦੀ third form, then by ਐਡ ਕੀਤਾ, she ਦਾ ਕੀ ਬਣ ਜਾਏਗਾ, ਬੋਲੇ ਹਰ ਬਣ ਜਾਏਗਾ। ਹਾਂਜੀ, ਤਾਂ ਇਹ ਜਿਹੜੀ ਟਾਈਪ ਤੁਸੀਂ ਨੋਟ ਕਰਨੀ ਹੈ, ਬਹੁਤ ਹੀ ਜ਼ਿਆਦਾ ਈਜ਼ੀ ਹੈ, ਧਿਆਨ ਦੇ ਨਾਲ ਹੈ ਜਿਹੜੀ ਤੁਸੀਂ ਇਹਨੂੰ ਨੋਟ ਕਰ ਲਓਗੇ। ਆਈ ਹੋਪ ਤੁਹਾਨੂੰ ਕਲੀਅਰ ਹੋ ਗਈ ਹੋਏਗੀ। ਹਾਂਜੀ, ਤਾਂ ਅੱਗੇ ਦੇਖੋ, ਇਸ ਟਾਈਪ ਨਾਲ ਰਿਲੇਟਡ ਇੱਕ ਕੁਐਸਚਨ ਹੈ ਜਿਹੜਾ ਤੁਸੀਂ ਸੋਲਵ ਕਰਨਾ ਹੈ। ਆਈ ਹੈਵ ਟੂ ਫਿਨਿਸ਼ ਦਾ ਵਰਕ, ਆਈ ਹੈਵ ਟੂ ਫਿਨਿਸ਼ ਦਾ ਵਰਕ, ਤਾਂ ਇਹ ਬਹੁਤ ਹੀ ਈਜ਼ੀ ਕੁਐਸਚਨ ਹੈ ਜਿਹੜਾ ਤੁਸੀਂ ਸੋਲਵ ਕਰਕੇ ਦੇਖਣਾ ਹੈ। ਹਾਂਜੀ, ਤਾਂ ਕੁਐਸਚਨ ਨੂੰ ਸੋਲਵ ਕਰੋ, ਤੁਹਾਨੂੰ ਜਿਹੜਾ ਟਾਈਮ ਦੇ ਰਹੇ ਹਾਂ। ਇਹਦੇ ਨਾਲ ਹੀ ਆਪਣਾ ਬॉयਜ਼ ਦਾ ਟੌਪਿਕ ਹੈ ਜਿਹੜਾ ਜੀ ਆਪਣਾ ਹੁੰਦਾ ਕੰਪਲੀਟ। ਹੁਣ ਨੈਕਸਟ ਸੈਸ਼ਨ ਦੇ ਵਿੱਚ ਆਪਾਂ ਨਵਾਂ ਟੌਪਿਕ ਸਟਾਰਟ ਕਰਾਂਗੇ, ਆਪਣਾ ਨਰੇਸ਼ਨ ਦਾ ਟੌਪਿਕ, ਜਿਹਦੇ ਵਿੱਚ ਤੁਹਾਨੂੰ ਨਵੇਂ ਅਗੇਨ ਰੂਲਸ ਕਰਵਾਵਾਂਗੇ। ਬॉयਜ਼ ਤੇ ਨਰੇਸ਼ਨ ਦੇ ਵਿੱਚ ਕੀ ਡਿਫਰੈਂਸ ਹੈ, ਕਿਵੇਂ ਤੁਸੀਂ ਨਰੇਸ਼ਨ ਦੇ ਸੈਂਟੈਂਸਸ ਨੂੰ ਡੀਲ ਕਰਨਾ ਹੈ, ਕਿਸ ਤਰੀਕੇ ਨਾਲ ਤੁਹਾਡਾ ਡਾਇਰੈਕਟ ਟੂ ਇਨਡਾਇਰੈਕਟ ਨਰੇਸ਼ਨ ਬਣਾਇਆ ਜਾਂਦਾ, ਆਪਾਂ ਅਗਲੀ ਕਲਾਸ ਦੇ ਵਿੱਚ ਜਿਹੜਾ ਉਹ ਦੇਖਾਂਗੇ। ਤਾਂ ਬॉयਜ਼ ਦਾ ਟੌਪਿਕ ਜਿਹੜਾ ਤੁਹਾਡਾ ਇਸ ਕਲਾਸ ਦੇ ਨਾਲ ਆਪਾਂ ਓਵਰ ਕਰ ਦਾਂਗੇ। ਹਾਂਜੀ, ਤਾਂ ਦੇਖੋ ਇਹ ਕੁਐਸਚਨ ਨੂੰ ਕਿਵੇਂ ਸੋਲਵ ਕੀਤਾ, ਆਈ ਹੈਵ ਟੂ ਫਿਨਿਸ਼ ਦਾ ਵਰਕ, ਆਈ ਹੈਵ ਟੂ ਫਿਨਿਸ਼ ਦਾ ਵਰਕ, ਆਈ ਯੂਜ਼ ਕੀਤਾ, ਹੈਵ ਯੂਜ਼ ਕੀਤਾ, ਦੇਖੋ ਟੂ ਵਰਬ ਦੀ ਫਰਸਟ ਫਾਰਮ ਯੂਜ਼ ਕੀਤੀ, ਐਟ ਮੀਨਸ ਟੂ ਵੀ ਫਿਨਿਸ਼ਡ ਤੁਸੀਂ ਯੂਜ਼ ਕਰੋਗੇ। ਦਾ ਵਰਕ ਤੁਹਾਡਾ ਕੀ ਆ ਗਿਆ, ਆਬਜੈਕਟ, ਆਬਜੈਕਟ ਨੂੰ ਬਣਾਇਆ ਸਬਜੈਕਟ, ਦਾ ਵਰਕ। ਹੁਣ ਇੱਥੇ ਹੈਵ ਆਊਗਾ ਕਿ ਹੈਜ਼ ਆਊਗਾ, ਹਾਂਜੀ, ਦਾ ਵਰਕ ਦੇ ਨਾਲ ਕੀ ਆਊਗਾ, ਹੈਜ਼ ਆਊਗਾ। ਦਾ ਵਰਕ ਹੈਵ ਟੂ ਬੀ ਵਰਬ ਦੀ ਥਰਡ ਫਾਰਮ, ਫਿਨਿਸ਼ ਫਿਨਿਸ਼ ਫਿਨਿਸ਼ਡ, finished 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 finished, to be finished by, then I ਦਾ ਕੀ ਬਣ ਜਾਏਗਾ ਜੀ, me, the work has to be finished by me। ਇਹਦੇ ਨਾਲ ਹੀ ਅਸੀਂ ਜਿਹੜਾ ਤੁਹਾਡਾ ਇਹ ਕੁਐਸਚਨ ਸੋਲਵ ਹੁੰਦਾ ਹੈ। ਆਈ ਹੋਪ ਤੁਹਾਡਾ ਸਾਰਿਆਂ ਦਾ ਸਹੀ ਹੋਏਗਾ, ਤੇ ਤੁਹਾਨੂੰ ਜਿੰਨੇ ਵੀ ਕਨਸੈਪਟ ਕਰਵਾਏ ਗਏ ਸਮਝ ਆ ਗਏ ਹੋਣਗੇ। ਅੱਜ ਦੀ ਕਲਾਸ ਦੇ ਵਿੱਚ ਆਪਾਂ ਜੋ ਡਿਸਕਸ ਕੀਤਾ ਇੱਕ ਵਾਰ ਦੇਖ ਲਓ। ਤਾਂ ਸਭ ਤੋਂ ਪਹਿਲਾਂ ਤੁਹਾਨੂੰ ਫਿਕਸਡ ਪ੍ਰੈਪੋਜੀਸ਼ਨ ਜਿਹੜੀਆਂ ਆਪਾਂ ਲਰਨ ਕਰਨ ਦੇ ਲਈ ਦੱਸੀਆਂ, ਕਿ ਕੁਝ ਵਰਬਸ ਨੇ ਜਿਨ੍ਹਾਂ ਨਾਲ ਫਿਕਸਡ ਪ੍ਰੈਪੋਜੀਸ਼ਨ ਯੂਜ਼ ਕੀਤੀਆਂ ਜਾਂਦੀਆਂ, ਜੋ ਕਿ ਬਾਈ ਨੂੰ ਰਿਪਲੇਸ ਕਰੇਗੀ। ਇਹਨਾਂ ਨੂੰ ਤੁਸੀਂ ਜਿਹੜਾ ਧਿਆਨ ਨਾਲ ਕਰਨਾ ਹੈ। ਤੇ ਇੱਕ ਪਲੀਜ਼ਡ ਵਰਡ ਹੈ ਜਿਹੜਾ, ਉਹਦੇ ਨਾਲ ਐਡ ਦਾ ਯੂਜ਼ ਨਹੀਂ ਹੁੰਦਾ, ਐਡ ਦੇ ਥਾਂ ਤੇ ਉਹਦੇ ਨਾਲ ਵਿਦ ਯੂਜ਼ ਹੁੰਦਾ, ਪਲੀਜ਼ਡ ਵਿਦ ਹੁੰਦਾ। ਇਹ ਚੀਜ਼ ਹੈ ਜਿਹੜੀ ਤੁਸੀਂ ਐਰਰ ਆਪਾਂ ਜਿਹੜੀ ਕੀਤੀ ਸੀ, ਤਾਂ ਇਹ ਜਿਹੜੀ ਤੁਸੀਂ ਸੋਲਵ ਕਰ ਲੈਣੀ ਹੈ। ਐਗਜ਼ਾਮਪਲ ਹੈ ਜਿਹੜੀ ਨੋਟ ਕਰ ਲਓ, ਪਲੀਜ਼ ਦੇ ਨਾਲ ਵਿਦ ਯੂਜ਼ ਹੋਏਗਾ। ਹਾਂਜੀ, ਅੱਗੇ ਤੁਹਾਡੇ ਕੋਲ ਜਿਹੜੀਆਂ ਵਰਬਸ ਆਪਾਂ ਦੇਖੀਆਂ ਜਿਨ੍ਹਾਂ ਨਾਲ ਵਿਦ ਦਾ ਯੂਜ਼ ਹੁੰਦਾ, ਇਹ ਚੀਜ਼ ਹੈ ਜਿਹੜੀ ਤੁਸੀਂ ਧਿਆਨ 'ਚ ਰੱਖਣੀ ਹੈ। ਅੱਗੇ ਤੁਹਾਨੂੰ ਇਹਨਾਂ ਨਾਲ ਰਿਲੇਟਡ ਆਪਾਂ ਐਗਜ਼ਾਮਪਲਸ ਕਰਵਾਈਆਂ, ਤੇ ਨੈਕਸਟ ਟੌਪਿਕ ਜੋ ਤੁਹਾਨੂੰ ਕਰਵਾਇਆ ਗਿਆ, ਕਈ ਵਾਰ ਸੈਂਟੈਂਸ ਵਿੱਚ ਤੁਹਾਡੇ ਕੋਲੇ ਵਰਬ ਦੇ ਨਾਲ ਹੈਲਪ ਆਪਣੀ ਜਿਹੜੀ ਫਿਕਸਡ ਪ੍ਰੈਪੋਜੀਸ਼ਨ ਦਿੱਤੀ ਹੁੰਦੀ ਹੈ, ਤਾਂ ਉਹਨੂੰ ਤੁਸੀਂ ਇਗਨੋਰ ਨਹੀਂ ਕਰ ਸਕਦੇ, ਤਾਂ ਉਹਨੂੰ ਐਸਾ ਅੱਛਾ ਜਿਹੜਾ ਤੁਸੀਂ ਵਰਬ ਦੇ ਨਾਲ ਹੀ ਨੋਟ ਕਰੋਗੇ। ਇਹ ਵਾਲੀ ਚੀਜ਼ ਹੈ ਜਿਹੜੀ ਤੁਸੀਂ ਧਿਆਨ 'ਚ ਰੱਖਣੀ ਹੈ। ਅਗਲਾ ਜਿਹੜਾ ਆਪਣਾ ਟੌਪਿਕ ਜੋ ਆਪਾਂ ਡਿਸਕਸ ਕੀਤਾ, ਦੈਟ ਇਜ਼ ਕਈ ਵਾਰ ਹੁੰਦਾ ਤੁਹਾਡੇ ਕੋਲੇ ਸੈਂਟੈਂਸਸ ਹੈ ਜਿਹੜੇ ਟਿਪੀਕਲ ਸੈਂਟੈਂਸਸ ਪੁੱਛੇ ਜਾਂਦੇ, ਤਾਂ ਉਹਨਾਂ ਨੂੰ ਕਿਵੇਂ ਸੋਲਵ ਕਰੋਗੇ ਤੁਸੀਂ, ਉਹ ਆਪਾਂ ਕੀਤਾ। ਦੈਨ ਤੁਹਾਨੂੰ ਕਰਵਾਇਆ ਗਿਆ ਕਿ ਸਬਜੈਕਟ ਅਨਕਲੀਅਰ ਹੋਣ ਦੇ ਕੇਸ ਦੇ ਵਿੱਚ ਤੁਹਾਡੇ ਕੋਲੇ ਬਾਏ ਵਾਲਾ ਫਰੇਜ਼ ਹੁੰਦਾ, ਜਿਹੜਾ ਤੁਸੀਂ ਸਿੰਪਲ ਰਿਮੂਵ ਕਰ ਸਕਦੇ ਹੋ, ਤੇ ਉਹਨੂੰ ਸਬਜੈਕਟ ਫਾਰਮ ਹੈ ਜਿਹੜਾ ਸਿੰਪਲ ਤੁਸੀਂ ਰਿਮੂਵ ਕਰ ਸਕਦੇ ਹੋ। ਇਹ ਚੀਜ਼ਾਂ ਜਿਹੜੀ ਆਪਾਂ ਡਿਸਕਸ ਕੀਤੀ, ਐਗਜ਼ਾਮਪਲਸ ਪਲੱਸ ਤੁਹਾਨੂੰ ਪ੍ਰੈਕਟਿਸ ਕੁਐਸਚਨ ਵੀ ਕਰਵਾਇਆ, ਜੋ ਤੁਸੀਂ ਸੋਲਵ ਕੀਤਾ। ਲਾਸਟ ਟੌਪਿਕ ਜੋ ਆਪਾਂ ਅੱਜ ਦੀ ਕਲਾਸ ਡਿਸਕਸ ਕੀਤਾ, ਦੈਟ ਇਜ਼ ਜੇ ਤੁਹਾਡੇ ਕੋਲੇ ਟੂ ਪਲੱਸ ਵਰਬ ਦੀ ਫਰਸਟ ਫਾਰਮ ਤੁਹਾਨੂੰ ਸੈਂਟੈਂਸ ਵਿੱਚ ਐਕਟਿਵ ਫਾਰਮ ਵਿੱਚ ਦਿਖ ਰਹੀ ਹੈ, ਤਾਂ ਪੈਸਿਵ ਫਾਰਮ ਬਣਾਉਣ ਦੇ ਟਾਈਮ ਤੁਹਾਡੇ ਕੋਲ ਕੀ ਹੋਣਾ ਚਾਹੀਦਾ ਹੈ, ਟੂ ਵੀ ਵਰਬ ਦੀ ਥਰਡ ਫਾਰਮ। ਇਹ ਚੀਜ਼ ਨੋਟ ਕਰ ਲਿਓ ਕਿ ਐਕਟਿਵ ਫਾਰਮ ਦੇ ਵਿੱਚ ਦਿਸੂਗਾ, ਤੇ ਤੁਸੀਂ ਪੈਸਿਵ ਫਾਰਮ ਦੇ ਵਿੱਚ ਹੈ ਜਿਹੜਾ ਟੂ ਵੀ ਵਰਬ ਦੀ ਥਰਡ ਫਾਰਮ ਹੈ ਜਿਹੜੀ ਉਹ ਬਣਾਉਣੀ ਹੁੰਦੀ ਹੈ। ਹਾਂਜੀ, ਤਾਂ ਇਹ ਸੀ ਤੁਹਾਡਾ ਲਾਸਟ ਟੌਪਿਕ, ਜਿਹਦੇ ਨਾਲ ਤੁਹਾਡਾ ਬॉयਜ਼ ਦਾ ਟੌਪਿਕ ਹੁੰਦਾ ਜੀ ਕੰਪਲੀਟ। ਵੌਇਸ ਆਪਣੀ ਹੋ ਜਾਂਦੀ ਹੈ ਜੀ ਕੰਪਲੀਟ।
ਹੁਣ ਅਗਲੀ ਜਿਹੜੀ ਕਲਾਸ ਹੋਏਗੀ ਆਪਾਂ ਡਿਸਕਸ ਕਰਾਂਗੇ ਨਰੇਸ਼ਨ ਦਾ ਟੌਪਿਕ, ਨਵੇਂ-ਨਵੇਂ ਜਿਹੜੇ ਰੂਲਸ ਨੇ ਉਹਦੇ ਵਿੱਚ ਕਿਵੇਂ ਯੂਜ਼ ਕੀਤੇ ਜਾਂਦੇ, ਨਰੇਸ਼ਨ ਦੇ ਵਿੱਚ ਕਿੰਨੀ ਟਾਈਪ ਦਾ ਨਰੇਸ਼ਨ ਹੁੰਦਾ ਹੈ, ਕੀ ਨਰੇਸ਼ਨ ਹੁੰਦਾ ਕੀ ਹੈ, ਟਾਈਪਸ ਕਿੰਨੀਆਂ ਹੁੰਦੀਆਂ ਹੈ ਤੇ ਰੂਲਸ ਕਿਸ ਤਰੀਕੇ ਨਾਲ ਤੁਸੀਂ ਨਰੇਸ਼ਨ ਨੂੰ ਜਿਹੜਾ ਆਪਣਾ ਡਾਇਰੈਕਟ ਟੂ ਇਨਡਾਇਰੈਕਟ ਫਾਰਮ ਦੇ ਵਿੱਚ ਟ੍ਰਾਂਸਲੇਟ ਕਰਨਾ ਹੁੰਦਾ ਹੈ। ਉਹ ਵਾਲੀਆਂ ਸਾਰੀਆਂ ਚੀਜ਼ਾਂ ਆਪਾਂ ਨੈਕਸਟ ਕਲਾਸ ਦੇ ਵਿੱਚ ਕਰਦੇ ਹਾਂ ਜੀ ਕਵਰ। ਆਈ ਹੋਪ ਤੁਹਾਨੂੰ ਬਹੁਤ ਟੌਪਿਕ ਚੰਗੇ ਤਰੀਕੇ ਨਾਲ ਸਮਝ ਆ ਗਿਆ ਹੋਵੇਗਾ। ਬਾਕੀ ਜੇ ਕਿਸੇ ਨੂੰ ਸਟੂਡੈਂਟ ਨੂੰ ਕੋਈ ਵੀ ਡਾਊਟ ਹੁੰਦਾ ਤਾਂ ਤੁਸੀਂ ਇਹ ਜਿਹੜਾ ਕਲਾਸ ਦੇ ਕਮੈਂਟ ਬਾਕਸ ਦੇ ਵਿੱਚ ਆ ਜਿਹੜਾ ਆਪਣਾ ਡਾਊਟ ਪੋਸਟ ਕਰ ਸਕਦੇ ਹੋ, ਤੁਹਾਨੂੰ ਉਹਦਾ ਆਨਸਰ ਹੈ ਜਿਹੜਾ ਉਹ ਮਿਲ ਜਾਏਗੀ। ਹਾਂਜੀ, ਤਾਂ ਅੱਜ ਦੀ ਕਲਾਸ ਕਰਦੇ ਹਾਂ ਜੀ ਇੱਥੇ ਓਵਰ। ਮਿਲਾਂਗੇ ਹੁਣ ਨੈਕਸਟ ਸੈਸ਼ਨ ਦੇ ਵਿੱਚ। ਥੈਂਕ ਯੂ।